जागदी जोत पतित पावन कृपा दे सागर धन साहिब श्री गुरु ग्रंथ साहिब जी महाराज हजूर दी परम दया सदका इस सतसंगत दीयां कड़ियां दा सुभाग समा प्राप्त होया है। पंथवाली सदगुरु धन गुरु गोबिंद सिंह सच्चे पातशाह जी महाराज हजूर दे महान पवित्र स्थान तख्त सचखंड श्री हजूर श्री अबचल नगर साहिब विखे दर्शन दीदार करते हुए आप संगत दा लाहा प्राप्त कर रहे हो। सच्चे पातशाह जी दी पवित्र तुर की बाणी दी लड़ीवार कथा दा समा है। मन चित बिरतियां एकागर करिए सच्चे पातशाह जी दा पावन उपदेश सरवण करिए। हजूर दे पावन चरनां दा ध्यान करते हुए आखो जी सतनाम श्री वाहे गुरु साहिब जी। सतनाम श्री वाहे गुरु साहिब नाम श्री वाहे गुरु जे माझ महला तीजा। सच्चे पातशाह धन गुरु अमरदास साहब जी महाराज माज राग अंदर ये अष्टपदियां दी सच्चे पातशाह जी दी पवित्र बाणी हजूर अपने श्री कंठ तो फरमान करते हैं। निर्गुण सरगुण आपे सोए। कल शब्द आया सीगा सच्चे पातशाह धन गुरु अमरदास साहब जी महाराज कोल कांची दे विद्वान पंडित चल करके आए सन। उन्होंने सतगुरां जी दे कोल ये प्रश्न किया सी, महाराज मुक्ति तां ज्ञान दे पढ़न नाल हुंदी है, तुसीं केवल नाम दी महिमा कहिंदे हो, केवल सतसंगत ते सेवा करन दी महिमा कहिंदे हो। ये केवल नाम नाल जां गुरु जी दी सेवा जां संगत नाल किवें मुक्त हो सकदी है। फिर सच्चे पातशाह जी ने बख्शिश की सी कि पंडित जी जे बहुत सारी विद्या भी पढ़ ले तो जदों अपने मन दे अंदर शांति नहीं आई, अपने आप नूं हरि दा नाम रस प्राप्त ही नहीं होया, तो फिर महाराज कहंदे वो वेद शास्त्र पढ़े दा की गुण है। जे अपना मन ही नहीं शांत होया तां वो विद्या पढ़ी हुई महाराज कहंदे किसे काम नहीं आउंदी। उस ज्ञान नाल पंडित जी किवें मुक्त हो सकदी है। ये सच्चे पातशाह जी ने कृपा करके बख्शिश की, आख्या कि वाहिगुरु दे नाम सिमरन तो बिना विद्या पढ़ी हुई सारी निष्फल चली जाती है। विद्या दे पढ़न दा गुण तां यही है ना कि भजन करे, मन विच निमरता लियावे ते आप कमाई करके अपने स्वरूप की साखियाता नूं पावे। ये विद्या दे पढ़न दा लाभ है। ते जे विद्या पढ़ करके दूसरे नूं सिक्ख्या सिखाई जानी, अपना मन शांत ना होना, महाराज कहंदे भाई उस ज्ञान नाल दसो पंडित जी किवें मुक्त हो सकदी है। यथार्थ उत्तर सी सच्चे पातशाह दा
ਪੰਡਤ ਸੁਣ ਕਰਕੇ ਬਹੁਤ ਤੇ ਸਮੇਂ ਮਨ ਦੇ ਅੰਦਰ ਵਿਸਮਾਦੀ ਹੋਏ। ਬੜਾ ਇਹਨਾਂ ਨੂੰ ਸੁੱਖ ਮਿਲਿਆ ਮਹਾਰਾਜ ਜੀ ਦਾ ਇਹ ਉਪਦੇਸ਼ ਸਰਵਣ ਕਰਕੇ। ਫਿਰ ਸੱਚੇ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ, ਮਹਾਰਾਜ ਆਪ ਦੱਸੋ ਕਿ ਨਿਰਗੁਣ ਸਰੂਪ ਦੀ ਉਪਾਸਨਾ ਕਰਨੀ ਚਾਹੀਦੀ ਹੈ ਕਿ ਸਰਗੁਣ ਸਰੂਪ ਦੀ ਉਪਾਸਨਾ ਕਰਨੀ ਚਾਹੀਦੀ ਹੈ? ਮਹਾਰਾਜ ਇਹ ਕਿਰਪਾ ਕਰਕੇ ਦੱਸੋ, ਤੁਸੀਂ ਗੁਰਸਿੱਖਾਂ ਨੂੰ ਨਿਰਗੁਣ ਸਰੂਪ ਦੀ ਉਪਾਸਨਾ ਦੀ ਸਿੱਖਿਆ ਦਿੰਦੇ ਹੋ ਕਿ ਜਾਂ ਸਰਗੁਣ ਸਰੂਪ ਦੀ ਉਪਾਸਨਾ ਦੀ ਸਿੱਖਿਆ ਦਿੰਦੇ ਹੋ? ਇਹ ਮਹਾਰਾਜ ਸਾਨੂੰ ਆਪ ਕਿਰਪਾ ਕਰਕੇ ਦੱਸੋ। ਹਜੂਰ ਇਹਨਾਂ ਦਾ ਪ੍ਰਸ਼ਨ ਸੁਣ ਕਰਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਨਿਰਗੁਣ ਸਰਗੁਣ ਆਪੇ ਸੋਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਪੰਡਤ ਜੀ ਸਾਡੇ ਘਰ ਦੇ ਅੰਦਰ ਤਾਂ ਨਿਰਗੁਣ ਸਰੂਪ ਵਿੱਚ ਵੀ ਉਹ ਆਪ ਹੈ ਤੇ ਸਰਗੁਣ ਸਰੂਪ ਵਿੱਚ ਵੀ ਉਹ ਆਪ ਹੀ ਸਮਾਇਆ ਹੋਇਆ ਹੈ। ਮਹਾਰਾਜ ਕਹਿੰਦੇ ਸਾਡੇ ਘਰ ਵਿੱਚ ਕੋਈ ਭਿੰਨ ਭੇਦ ਨਹੀਂ, ਫਰਕ ਨਹੀਂ ਸਮਝਿਆ ਜਾਂਦਾ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਜਿਹੜੇ ਸਾਧ ਸੰਗਤ ਜੀ ਸਰਗੁਣ ਦੇ ਉਪਾਸ਼ਕ ਬੈਨਾ ਉਹ ਨਿਰਗੁਣ ਸਰੂਪ ਵਿੱਚ ਨਿਸ਼ਚਾ ਨਹੀਂ ਰੱਖਦੇ। ਜਿਹੜੇ ਨਿਰਗੁਣ ਦੇ ਉਪਾਸ਼ਕ ਹੁੰਦੇ ਆ ਉਹ ਸਰਗੁਣ ਸਰੂਪ ਵਿੱਚ ਨਿਸ਼ਚਾ ਨਹੀਂ ਰੱਖਦੇ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਘਰ ਦੇ ਅੰਦਰ ਦੋਹਾਂ ਦੇ ਅੰਦਰ ਉਹ ਆਪ ਹੀ ਵਰਤ ਰਿਹਾ, ਇਹ ਨਿਸ਼ਚਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਇਹ ਸ਼ਬਦ ਕਹੇ ਹੈ ਕਿ ਭਾਈ ਉਹਦਾ ਕੋਈ ਚੇਨ ਨਹੀਂ, ਕੋਈ ਚੱਕਰ ਨਹੀਂ, ਕੋਈ ਵਰਨ ਨਹੀਂ, ਕੋਈ ਜਾਤ ਨਹੀਂ, ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਇਹ ਨਿਰਗੁਣ ਸਰੂਪ ਦੇ ਮਹਾਰਾਜ ਲੱਖਣ ਕਹੇ ਆ ਸੱਚੇ ਪਾਤਸ਼ਾਹ ਨੇ ਕਿ ਨਾਰ ਨਾ ਪੁਰਖ ਸੇ ਪੰਖਣੂ, ਨਾ ਉਹਨੂੰ ਨਾਰ ਕਿਹਾ ਜਾ ਸਕਦਾ ਨਾ ਨਰ ਕਿਹਾ ਜਾ ਸਕਦਾ, ਉਹ ਤਾਂ ਸਾਚੋ ਚਤੁਰ ਸਰੂਪ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਕਿਹਾ ਹੈ ਕਿ ਨਾ ਨਰ ਹੈ ਨਾ ਨਾਰ ਹੈ, ਵੀ ਨਾ ਤਾਂ ਉਹ ਨਰ ਕਿਹਾ ਜਾ ਸਕਦਾ ਹੈ ਨਾ ਨਾਰ ਇਸਤਰੀ ਕਿਹਾ ਜਾ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਨਾਰ ਨਾ ਪੁਰਖ ਕਹੋ ਕੋਊ ਕੈਸੇ। ਦੱਸੋ ਉਸ ਸਰੂਪ ਨੂੰ ਨਿਰਗੁਣ ਸਰੂਪ ਵਿੱਚ ਮਹਾਰਾਜ ਕਹਿੰਦੇ ਭਾਈ ਕਿਵੇਂ ਕਿਹਾ ਸਕਦਾ ਕੋਈ ਕਿ ਉਹ ਨਰ ਹੈ ਜਾਂ ਨਾਰ ਇਸਤਰੀ ਹੈ? ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸਾਡੇ ਘਰ ਦੇ ਅੰਦਰ ਨਿਰਗੁਣ ਸਰੂਪ ਦੀ ਉਪਾਸਨਾ ਹੈ। ਜਦੋਂ ਸਾਰੀਆਂ ਹੀ ਉਪਾਧੀਆਂ ਮਿਟ ਜਾਂਦੀਆਂ, ਸਾਰੇ ਆਕਾਰ ਖਤਮ ਹੋ ਜਾਂਦੇ ਆ ਤੇ ਗੁਰਮੁਖ ਜਿਹੜੇ ਆ ਉਸ ਨਿਰਾ ਆਕਾਰ ਪਰਮੇਸ਼ਰ ਦੇ ਅੰਦਰ ਅਭੇਦ ਹੋ ਜਾਂਦੇ ਆ। ਤੁਰਿਆ ਪਦ ਵਿੱਚ ਲੱਗੀ ਹੋਈ ਸਮਾਧੀ, ਜਿੱਥੇ ਨਿਰਵਿਕਲਪ ਸਮਾਧੀ ਹੁੰਦੀ ਹੈ ਉੱਥੇ ਸੰਕਲਪ ਫੁਰਨਾ ਕੁਛ ਨਹੀਂ ਹੁੰਦਾ। ਉਹ ਸਾਧ ਸੰਗਤ ਜੀ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੇ ਆ ਤੇ ਜਿੱਥੇ ਕਿਸੇ ਪ੍ਰਕਾਰ ਦਾ ਕੋਈ ਆਕਾਰ ਨਹੀਂ ਹੈ। ਤੇ ਜਿਹੜਾ ਸਾਧ ਸੰਗਤ ਜੀ ਇਹ ਸੰਸਾਰ ਹੈ ਨਾ, ਜਦੋਂ ਪਰਮੇਸ਼ਰ ਮਾਇਆ ਸਬਲ ਹੋਇਆ ਹੈ ਤੇ ਮਾਇਆ ਸਬਲ ਹੋ ਕਰਕੇ ਉਹਨੇ ਸੰਸਾਰ ਰਚਿਆ, ਇਹ ਪਰਮੇਸ਼ਰ ਦਾ ਸਰਗੁਣ ਸਰੂਪ ਹੈ। ਤੇ ਇਹਦੇ ਸੰਸਾਰ ਦੇ ਅੰਦਰ ਵੀ ਤਾਂ ਪਰਮੇਸ਼ਰ ਆਪ ਹੀ ਸਮਾਇਆ ਹੋਇਆ ਨਾ। ਮਹਾਰਾਜ ਕਹਿੰਦੇ ਕੋਈ ਸਰਗੁਣ ਸਰੂਪ ਪਰਮੇਸ਼ਰ ਤੋਂ ਭਿੰਨ ਥੋੜੋ ਹੈ। ਜਿਵੇਂ ਸਾਧ ਸੰਗਤ ਜੀ ਆਪੋ ਆਪਣੇ ਮਤ ਮੁਤਾਬਕ ਸਰਗੁਣ ਸਰੂਪ ਬਣਾ ਕਰਕੇ ਨਾ ਤੇ ਜਿਹੜੀ ਆ ਉਹ ਪੂਜਾ ਕਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਜੀ ਨੇ ਨਿਰੰਕਾਰ ਦਾ ਸਰਗੁਣ ਸਰੂਪ ਧਾਰਨ ਕੀਤਾ ਹੈ। ਨਿਰੰਕਾਰ ਆਕਾਰ ਬਣਾਇਆ। ਆਪ ਭੱਟਾਂ ਨੇ ਕਿਹਾ ਮਹਾਰਾਜ ਤੁਸੀਂ ਨਿਰੰਕਾਰ ਹੋ ਪਰ ਆਪਣਾ ਆਕਾਰ ਬਣਾਉਣਾ ਕੀਤਾ ਹੈ। ਫਿਰ ਸਾਧ ਸੰਗਤ ਜੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪੂਜਾ ਹੈ ਨਾ, ਮਹਾਰਾਜ ਪ੍ਰਤੱਖ 10 ਪਾਤਸ਼ਾਹੀਆਂ ਦਾ ਸਰੂਪ ਹਨ, ਪ੍ਰਗਟ ਗੁਰਾਂ ਕੀ ਦੇਹ ਹੈ। ਇਹ ਆਪਾਂ ਸਰਗੁਣ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜਿਹੜੀ ਹੈ ਉਹ ਪੂਜਾ ਕਰਦੇ ਹਾਂ। ਜੋ ਸਤਿਗੁਰੂ ਜੀ ਦਾ ਸ਼ਬਦ ਵੈ, ਗੁਰੂ ਜੀ ਦਾ ਉਪਦੇਸ਼ ਵੈ, ਇਹ ਸਾਧ ਸੰਗਤ ਜੀ ਸਾਨੂੰ ਨਿਰਗੁਣ ਸਰੂਪ ਤੱਕ ਲੈ ਜਾਂਦਾ ਹੈ, ਜਿੱਥੇ ਕੋਈ ਆਕਾਰ ਨਹੀਂ ਕਥਨ ਕੀਤਾ ਜਾ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਪੰਡਤ ਜੀ ਸਾਡੇ ਘਰ ਦੇ ਅੰਦਰ ਕੇਵਲ ਇਹ ਨਹੀਂ ਸਮਝਿਆ ਜਾਂਦਾ ਕਿ ਸਰਗੁਣ ਸਰੂਪ ਵਿੱਚ ਹੀ ਪਰਮੇਸ਼ਰ ਵੈ, ਨਿਰਗੁਣ ਰੂਪ ਨਹੀਂ ਹੋ ਸਕਦਾ, ਜਾਂ ਨਿਰਗੁਣ ਰੂਪ 'ਚ ਹੀ ਹੈ
ਤੇ ਸਰਗੁਣ ਰੂਪ ਨਹੀਂ ਹੋ ਸਕਦਾ, ਕਿਉਂਕਿ ਕਈਆਂ ਮਤਾਂ ਦੇ ਅੰਦਰ ਸਰਗੁਣ ਦਾ ਬਹੁਤ ਖੰਡਨ ਕੀਤਾ ਜਾਂਦਾ ਹੈ। ਤੇ ਜਿਹੜੇ ਸਰਗੁਣ ਸਰੂਪ ਮੂਰਤੀਆਂ ਵਿੱਚ ਕਲਪਿਤ ਕਰਕੇ ਸਾਧ ਸੰਗਤ ਜੀ ਪੂਜਨ ਕਰਦੇ ਹੈ, ਉਹ ਕਈ ਨਿਰਗੁਣ ਸਰੂਪ ਦਾ ਖੰਡਨ ਕਰਦੇ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਘਰ ਦਾ ਉਪਦੇਸ਼ ਹੈ ਕਿ ਨਿਰਗੁਣ ਵੀ ਉਹ ਆਪ ਵੈ ਤੇ ਸਰਗੁਣ ਵੀ ਉਹ ਆਪ ਹੈ। ਜਿਵੇਂ ਸਾਧ ਸੰਗਤ ਜੀ ਸੂਰਜ ਦਾ ਪ੍ਰਤੀਬਿੰਬ ਘੜੇ ਵਿੱਚ ਪੈ ਰਿਹਾ ਹੈ ਤੇ ਉਹ ਸੂਰਜ ਨਾਲੋਂ ਕੋਈ ਵੱਖਰਾ ਤਾਂ ਨਹੀਂ ਨਾ ਹੈ, ਤੇ ਉਹ ਤਾਂ ਪ੍ਰਤੀਬਿੰਬ ਪੈ ਰਿਹਾ ਹੈ। ਇਸੇ ਤਰ੍ਹਾਂ ਜਿਹੜਾ ਸਰਗੁਣ ਇਹ ਸੰਸਾਰ ਹੈ ਨਾ, ਇਹਦੇ ਅੰਦਰ ਵਾਹਿਗੁਰੂ ਦਾ ਪ੍ਰਤੀਬਿੰਬ ਪੈ ਰਿਹਾ ਹੈ। ਵੱਖਰਾ ਹੁੰਦਾ ਹੋਇਆ ਵੀ ਪਰਮੇਸ਼ਰ ਤੋਂ ਵੱਖਰਾ ਨਹੀਂ ਹੈ, ਕਿਉਂਕਿ ਪਰਮੇਸ਼ਰ ਦਾ ਆਪਣਾ ਹੀ ਸਾਧ ਸੰਗਤ ਜੀ ਪ੍ਰਕਾਸ਼ ਜਿਹੜਾ ਹੈ ਸੰਸਾਰ ਨੂੰ ਪ੍ਰਕਾਸ਼ ਰਿਹਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਕਿ ਨਿਰਗੁਣ ਆਪ ਸਰਗੁਣ ਵੀ ਉਹੀ। ਨਿਰਗੁਣ ਸਰੂਪ ਵੀ ਉਹ ਆਪ ਹੈ ਤੇ ਸਰਗੁਣ ਸਰੂਪ ਵੀ ਉਹ ਆਪ ਹੈ। ਭਗਤਾਂ ਦੀ ਕਲਿਆਣ ਵਾਸਤੇ, ਉਪਦੇਸ਼ ਨੂੰ ਦੇਣ ਵਾਸਤੇ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ ਸਰਗੁਣ ਸਰੂਪ ਧਾਰਨ ਕੀਤਾ ਹੈ। ਆਪੋ ਆਪਣੇ ਮਤ ਮੁਤਾਬਕ ਸਾਧ ਸੰਗਤ ਜੀ ਸਾਰੇ ਜੋ ਹਨ ਆਪਣੇ ਇਸ਼ਟ ਦੇਵ ਦਾ ਸਰਗੁਣ ਰੂਪ ਬਣਾਉਂਦੇ ਹੈ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ, ਕਿਹਾ ਕਿ ਜੇ ਸਾਡਾ ਦਰਸ਼ਨ ਕਰਨਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰ ਲਓ, ਫਿਰ ਸਾਡਾ ਦਰਸ਼ਨ ਹੋਏਗਾ। ਮਹਾਰਾਜ ਜੀ ਤੁਹਾਡੇ ਨਾਲ ਬਚਨ ਬਲਾਸ ਕਿਵੇਂ ਹੋ ਸਕਦੇ ਹੈ? ਫਿਰ ਸਤਿਗੁਰੂ ਜੀ ਨੇ ਇਹ ਸ਼ਬਦ ਇਸੇ ਹੀ ਸਥਾਨ ਤੇ ਕਹੇ ਸੀ ਜਿੱਥੇ ਆਪ ਸਜੇ ਬੈਠੇ ਹੋ। ਮਹਾਰਾਜ ਜੀ ਨੇ ਆਖਿਆ ਸੀ, ਜੋ ਮੁਝ ਬਚਨ ਸੁਨਨ ਕੇ ਚਾਏ, ਸੁਨੋ ਗ੍ਰੰਥ ਹਿਤ ਚਿਤ ਲਾਏ। ਮੇਰੋ ਰੂਪ ਗ੍ਰੰਥ ਜੀ ਜਾਨ, ਇਸ ਮੈਂ ਭੇਦ ਨਾ ਰੰਚਕ ਮਾਨ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਧਰੀ ਹੈ। ਸਤਿਗੁਰਾਂ ਜੀ ਨੇ ਸ਼ਬਦ ਦੇ ਅੰਦਰ ਆਪਣੀ ਜੋਤ ਮਹਾਰਾਜ ਸਾਹਿਬ ਜੀ ਨੇ ਧਰੀ ਹੈ। ਸ਼ਬਦ ਆਪਣੇ ਆਪ ਵਿੱਚ ਜੋਤ ਰੂਪ ਹੈ। ਨਿਰੰਕਾਰ ਦੀ ਉਹ ਜੋਤ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਅੰਦਰ ਸੰਸਾਰ ਦੇ ਅੰਦਰ ਸਰਗੁਣ ਰੂਪ ਬਣਾਇਆ। 10 ਜਾਮੇ ਸੱਚੇ ਪਾਤਸ਼ਾਹ ਜੀ ਨੇ ਧਾਰਨ ਕੀਤੇ। ਫਿਰ ਉਹ ਜੋਤ ਸਤਿਗੁਰਾਂ ਜੀ ਨੇ ਆਪਣੇ ਉਸ ਸ਼ਬਦ ਰੂਪ ਦੇ ਅੰਦਰ ਅਭੇਦ ਕੀਤੀ। ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਘਰ ਦਾ ਗਿਆਨ ਜਿਹੜਾ ਨਾ ਸਾਧ ਸੰਗਤ ਜੀ ਬੜਾ ਦੁਰਲੱਭ ਹੈ, ਬੜਾ ਵਿਲੱਖਣ ਹੈ। ਪੰਡਤ ਜੀ ਨੇ ਪੁੱਛਿਆ ਕਿ ਕਿਹੜੇ ਸਰੂਪ ਦੀ ਉਪਾਸਨਾ ਕਰਨੀ ਯੋਗ ਵੈ? ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਦੋਹਾਂ ਹੀ ਸਰੂਪਾਂ ਦੀ ਉਪਾਸਨਾ ਆਪਣੇ ਗੁਰਸਿੱਖਾਂ ਨੂੰ ਦੱਸਦੇ ਹਾਂ। ਜਦੋਂ ਗੁਰਸਿੱਖ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਨਮਸਕਾਰ ਕਰਦੇ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਜਦੋਂ ਨਮਸਕਾਰ ਕਰਦੇ ਹੋਣਗੇ ਤੇ ਸਾਧ ਸੰਗਤ ਜੀ ਗੁਰਦੇਵ ਦੇ ਅੰਦਰ ਨਿਰੰਕਾਰ ਨੂੰ ਵੇਖਦੇ ਹੈ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਸਰੀਰ ਨਹੀਂ ਕੇਵਲ ਵੇਖਦੇ, ਪ੍ਰਤੱਖ ਵਾਹਿਗੁਰੂ ਸਰੂਪ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਮੰਨਦੇ ਆ। ਇਵੇਂ ਹੀ ਗੁਰਸਿੱਖਾਂ ਦੀ ਭਾਵਨਾ ਹੈ। ਗੁਰਸਿੱਖ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸਰੀਰ ਕਰਕੇ ਨਹੀਂ ਦੇਖਦੇ ਹਨ, ਨਿਰੰਕਾਰ ਸਰੂਪ ਜਾਣ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਸੀਸ ਝੁਕਾਉਂਦੇ ਹੈ। ਤੇ ਸਾਧ ਸੰਗਤ ਜੀ ਇਹ ਵਾਹਿਗੁਰੂ ਦਾ ਸਰਗੁਣ ਸਰੂਪ ਹੈ। ਸਤਿਗੁਰਾਂ ਜੀ ਨੇ ਇਹ ਸਿੱਖਿਆ ਸਿਖਾਈ ਹੈ ਕਿ ਜਦੋਂ ਭਾਈ ਸ਼ਬਦ ਦਾ ਅਭਿਆਸ ਕਰੀਏ, ਸ਼ਬਦ ਨਾਲ ਜੁੜੀਏ ਤੇ ਸ਼ਬਦ ਸਾਨੂੰ ਫਿਰ ਨਿਰਗੁਣ ਸਰੂਪ ਤੱਕ ਲੈ ਜਾਂਦਾ ਹੈ। ਜਿਸ ਸਰੂਪ ਨੇ ਇਹ ਸਾਰੀ ਕਾਇਨਾਤ ਨੂੰ ਰਚਿਆ, ਜਿਹੜਾ ਸਰੂਪ ਮਾਇਆ ਤੋਂ ਰਹਿਤ ਵੈ, ਉੱਥੇ ਤੱਕ ਸਾਧ ਸੰਗਤ ਜੀ ਇਹ ਸ਼ਬਦ ਸਾਨੂੰ ਲੈ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜਦੋਂ ਭਗਤ ਕਬੀਰ ਸਾਹਿਬ ਜੀ ਨਾਲ ਮੁਲਾਕਾਤ ਹੋਈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ, ਭਗਤ ਕਬੀਰ ਸਾਹਿਬ ਜੀ ਵੀ ਪਹਿਲਾਂ ਸਰਗੁਣ ਦੇ ਉਪਾਸ਼ਕ ਸਨ, ਪਰ ਜਦੋਂ ਸਤਿਗੁਰਾਂ ਜੀ ਨਾਲ ਮਿਲਾਪ ਹੋਇਆ ਸੀ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਿੱਖਿਆ ਦਿੱਤੀ ਸੀ ਭਗਤ ਕਬੀਰ ਸਾਹਿਬ ਨੂੰ ਕਿ ਨਿਰਗੁਣ ਤੇ ਸਰਗੁਣ ਵਿੱਚ ਕੋਈ ਭਿੰਨ ਭੇਦ ਨਹੀਂ ਹੈ। ਨਿਰਗੁਣ ਵੀ ਉਹ ਆਪ ਹੀ ਸਮਾਇਆ ਹੋਇਆ ਨਿਰਗੁਣ ਰੂਪ ਹੋ ਕਰਕੇ ਵਿਆਪਕ ਹੋ ਰਿਹਾ ਹੈ। ਸਰਗੁਣ ਸਰੂਪ ਦੇ ਅੰਦਰ ਵੀ ਉਹ ਆਪ ਸਮਾ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਕੋਈ ਭਿੰਨ ਭੇਦ ਨਹੀਂ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ
ਕਾਂਸ਼ੀ ਦੇ ਪੰਡਤਾਂ ਨੂੰ ਹਜੂਰ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਤਤ ਪਛਾਣੈ ਸੋ ਪੰਡਤ ਹੋਏ। ਮਹਾਰਾਜ ਕਹਿੰਦੇ ਜਿਹੜਾ ਤਤ ਨੂੰ, ਸਿਧਾਂਤ ਨੂੰ, ਜਿਹੜਾ ਸਾਰ ਨੂੰ ਪਹਿਚਾਣ ਲੈਂਦਾ ਨਾ, ਉਹ ਮਹਾਰਾਜ ਕਹਿੰਦੇ ਵਿਦਵਾਨ ਹੋ ਸਕਦਾ ਹੈ, ਉਹ ਪੰਡਤ ਹੋ ਸਕਦਾ ਹੈ। ਜਿਹੜਾ ਸਿਧਾਂਤ ਪਹਿਚਾਣ ਲੈਂਦਾ ਹੈ, ਜਿਹੜਾ ਸਾਰ ਨੂੰ ਜਾਣ ਲੈਂਦਾ ਹੈ, ਸਾਧ ਸੰਗਤ ਜੀ ਸਰਗੁਣ ਦੇ ਅੰਦਰ ਵੀ ਉਹ ਆਪ ਵਰਤ ਰਿਹਾ ਹੈ, ਨਿਰਗੁਣ ਸਰੂਪ ਵੀ ਉਹ ਆਪ ਹੈ। ਇਹ ਹੈ ਤਤ, ਕਿ ਉਹਦੇ ਤੋਂ ਭਿੰਨ ਕੁਛ ਵੀ ਨਹੀਂ ਹੈ, ਕਿਉਂਕਿ ਪਰਮੇਸ਼ਰ ਤੋਂ ਹੀ ਸਭ ਕੁਝ ਉਤਪੰਨ ਹੋਇਆ। ਤੇ ਫਿਰ ਸਾਧ ਸੰਗਤ ਜੀ ਪਰਮੇਸ਼ਰ ਤੋਂ ਭਿੰਨ ਕਿਵੇਂ ਕੋਈ ਚੀਜ਼ ਹੋ ਸਕਦੀ ਹੈ? ਸਤਿਗੁਰੂ ਜੀ ਕਹਿੰਦੇ ਜਿਹੜਾ ਇਸ ਸਾਰ ਨੂੰ ਜਾਣ ਲੈਂਦਾ ਨਾ, ਤਤ ਸਰੂਪ ਬ੍ਰਹਮ ਨੂੰ ਜਾਣ ਲੈਂਦਾ ਨਾ, ਮਹਾਰਾਜ ਕਹਿੰਦੇ ਉਹ ਸਾਡੇ ਘਰ ਦੇ ਅੰਦਰ ਪੰਡਤ ਕਿਹਾ ਜਾਂਦਾ ਹੈ, ਵਿਦਵਾਨ ਕਿਹਾ ਜਾਂਦਾ ਏ। ਆਪ ਤਰੈ ਸਗਲੇ ਕੁਲ ਤਾਰੈ। ਉਹ ਐਸਾ ਪੁਰਖ ਹਜੂਰ ਕਹਿੰਦੇ ਆਪ ਤਰ ਜਾਂਦਾ ਇਸ ਭਵਜਲ ਤੋਂ, ਸੰਸਾਰ ਸਮੁੰਦਰ ਤੋਂ। ਕੇਵਲ ਫਿਰ ਆਪ ਹੀ ਨਹੀਂ ਤਰਦਾ, ਆਪਣੀਆਂ ਸਾਰੀਆਂ ਕੁੱਲਾਂ ਨੂੰ ਹੀ ਮਹਾਰਾਜ ਕਹਿੰਦੇ ਤਾਰ ਲੈਂਦਾ ਹੈ, ਕਿਉਂਕਿ ਉਹਨਾਂ ਨੂੰ, ਕੁੱਲਾਂ ਨੂੰ ਉਹ ਸਾਰ ਨਾਲ ਜੋੜਦਾ ਹੈ ਕਿ ਭਾਈ ਸੰਸਾਰ ਦੇ ਅੰਦਰ ਤਤ ਕੀ ਹੈ, ਇਸ ਗੱਲ ਨੂੰ ਜਾਣਨਾ, ਭੇਦ ਸਮਝਣਾ, ਬਣਾਈ ਹੋਈ ਮਾਇਆ ਦੇ ਅੰਦਰ ਨਹੀਂ ਰਚਣਾ। ਮਾਇਆ ਇੱਕ ਖੇਲ ਹੈ, ਪਰਮੇਸ਼ਰ ਨੇ ਇਹ ਸੰਸਾਰ ਖੇਲ ਦੀ ਨਿਆਈ ਰਚਿਆ ਹੈ। ਤੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਤਤ ਦੀ ਸੋਝੀ ਪੈਂਦੀ ਹੈ ਨਾ, ਉਹਨਾਂ ਦੇ ਅੱਗੇ ਫਿਰ ਮਹਾਰਾਜ ਇਹ ਖੇਲ ਪ੍ਰਗਟ ਕਰ ਦਿੰਦੇ ਆ, ਉਹਨਾਂ ਨੂੰ ਇਹ ਤਮਾਸ਼ਾ ਸਾਰਾ ਦਿਖਾ ਦਿੰਦੇ ਕਿ ਅਣਹੋਇਆ ਹੀ ਹੈ, ਐਵੇਂ ਸੁਪਨਾ ਹੀ ਹੈ, ਤੂੰ ਇਹਨੂੰ ਕਿਉਂ ਸੱਚ ਮੰਨ ਬੈਠਾ ਹੈ। ਸਾਧ ਸੰਗਤ ਜੀ ਇਸ ਕਰਕੇ ਜਿਨੇ ਸੰਸਾਰ ਨੂੰ ਸੁਪਨਾ ਜਾਣ ਲਿਆ ਨਾ, ਉਹ ਫਿਰ ਸਹਿਜੇ ਹੀ ਤਰਦੇ ਐ ਸੰਸਾਰ ਸਮੁੰਦਰ ਤੋਂ। ਦੁਖੀ ਤਾਂ ਉਹਨਾਂ ਚਿਰ ਹੀ ਹੋ ਰਿਹਾ ਨਾ ਜਿੰਨਾ ਚਿਰ ਸੁਪਨਾ ਆ ਰਿਹਾ ਹੈ। ਸੁਪਨੇ ਦੇ ਵਿੱਚ ਹੀ ਜੀਵ ਸ਼ੇਰ ਵੇਖ ਕੇ ਦੁਖੀ ਹੁੰਦਾ ਹੈ, ਜਾਗ ਕੇ ਤਾਂ ਸੁਪਨੇ ਵਿੱਚ ਵੇਖੇ ਹੋਏ ਸ਼ੇਰ ਤੋਂ ਦੁਖੀ ਨਹੀਂ ਨਾ ਹੁੰਦਾ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਸੁਪਨੇ ਵਿੱਚ ਵੇਖਿਆ ਸੀਗਾ। ਇਸ ਤਰ੍ਹਾਂ ਜਿਨ੍ਹਾਂ ਨੂੰ ਜਾਗ ਆ ਗਈ ਹੈ, ਤਤ ਸਰੂਪ ਨੂੰ ਜਿਨ੍ਹਾਂ ਨੇ ਪਹਿਚਾਣ ਲਿਆ ਹੈ, ਜਿਨ੍ਹਾਂ ਨੇ ਉਸ ਤਤ ਸਰੂਪ ਦਾ ਸਾਧ ਸੰਗਤ ਜੀ ਰਸ ਪਾ ਲਿਆ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਆਪ ਧਰਦੇ ਐ ਸੰਸਾਰ ਸਮੁੰਦਰ ਤੋਂ। ਤੇ ਜਿਹੜੇ ਉਹਨਾਂ ਦੇ ਸੰਗੀ ਐ, ਆਪਣੀਆਂ ਕੁੱਲਾਂ ਨੂੰ ਵੀ ਮਹਾਰਾਜ ਕਹਿੰਦੇ ਤਾਰ ਲੈਂਦੇ ਆ। ਹਰ ਨਾਮ ਮਨ ਵਸਾਵਣਿਆ। ਵਾਹਿਗੁਰੂ ਦੇ ਨਾਮ ਨੂੰ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਨੇ ਆਪਣੇ ਮਨ ਦੇ ਅੰਦਰ ਵਸਾਵਣਿਆ, ਵਸਾਉਣਾ ਕੀਤਾ ਹੈ। ਕਿਉਂਕਿ ਜੀਵ ਦਾ ਸੁਭਾਅ ਏ, ਇਹ ਕਹਿੰਦਾ ਮੈਨੂੰ ਅਸਲੀ ਚੀਜ਼ ਚਾਹੀਦੀ ਹੈ, ਨਕਲੀ ਤਾਂ ਨਹੀਂ ਨਾ ਜੀਵ ਲੈਂਦਾ। ਜਦੋਂ ਤੁਸੀਂ ਕੱਪੜਾ ਵੀ ਖਰੀਦਣ ਜਾਓ ਤੇ ਕਹਿੰਦੇ ਹੋ ਚੰਗਾ ਸਾਨੂੰ ਵਧੀਆ ਮਿਲੇ, ਕੋਈ ਹੋਰ ਵਸਤੂ ਸਬਜ਼ੀ ਭਾਜੀ ਕੁਛ ਵੀ ਖਰੀਦੋ ਤੇ ਸੋਚਦੇ ਆ ਵਧੀਆ ਮਿਲੇ। ਇਉਂ ਜੀਵ ਅਸਲ ਚੀਜ਼ ਲੈਣੀ ਚਾਹੁੰਦਾ ਹੈ, ਗ੍ਰਹਿਣ ਕਰਨੀ ਚਾਹੁੰਦਾ ਹੈ, ਪਰ ਸਾਧ ਸੰਗਤ ਜੀ ਇਸ ਨੂੰ ਪਤਾ ਨਹੀਂ ਹੈ ਕਿ ਅਸਲ ਕੀ ਹੈ ਸੰਸਾਰ ਦੇ ਅੰਦਰ। ਇਹਨੂੰ ਤਤ ਨਹੀਂ ਪਤਾ, ਇਸ ਕਰਕੇ ਤਤ ਨੂੰ ਗ੍ਰਹਿਣ ਨਹੀਂ ਕਰ ਰਿਹਾ। ਚਾਹੁੰਦਾ ਤਾਂ ਹੈ ਕਿ ਤਤ ਮਿਲੇ, ਸਾਰ ਮੈਨੂੰ ਮਿਲੇ, ਅਸਲੀ ਮੈਨੂੰ ਚੀਜ਼ ਮਿਲੇ, ਪਰ ਅਸਲੀ ਚੀਜ਼ ਮਾਇਆ ਨੂੰ ਸਮਝੀ ਬੈਠਾ ਹੈ ਕਿ ਮਾਇਆ ਅਸਲੀ ਹੈ, ਇਹ ਬਹੁਤ ਸਾਥ ਦਊਗੀ। ਪਦਾਰਥ ਜਿਹੜੇ ਆ ਇਹ ਅਸਲੀ ਹੈ, ਇਹ ਸੁੱਖ ਦਊਗੇ। ਉਹਨਾਂ ਨੂੰ ਸਾਧ ਸੰਗਤ ਜੀ ਅਸਲੀ ਜਾਣ ਕਰਕੇ ਨਾ ਗ੍ਰਹਿਣ ਕਰ ਰਿਹਾ ਹੈ, ਪਰ ਨਹੀਂ ਪਤਾ ਕਿ ਇਹ ਤਤ ਨਹੀਂ ਹੈ, ਇਹ ਅਸਲ ਨਹੀਂ ਹੈ। ਕਿਉਂਕਿ ਹੱਥੋਂ ਸਭ ਕੁਝ ਖਿਸਕ ਜਾਂਦਾ ਹੈ ਨਾ, ਫਿਰ ਕੋਲ ਨਹੀਂ ਰਹਿੰਦਾ ਹੈ। ਇਸ ਕਰਕੇ ਇਹ ਕਿਵੇਂ ਅਸਲ ਹੋ ਸਕਦਾ ਹੈ? ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਅਸਲ ਜਾਣ ਲਿਆ ਹੈ, ਤਤ ਜਾਣ ਲਿਆ ਨਾ, ਉਹ ਸਾਧ ਸੰਗਤ ਜੀ ਮਨ ਦੇ ਅੰਦਰ ਫਿਰ ਗ੍ਰਹਿਣ ਕਰ ਲਿਆ ਉਹਨਾਂ ਨੇ। ਬਾਕੀ ਸਭ ਕੁਝ ਫੋਕ ਜਾਣ ਕਰਕੇ, ਵਿਅਰਥ ਜਾਣ ਕਰਕੇ ਛੱਡ ਦਿੱਤਾ ਹੈ, ਤੇ ਵਾਹਿਗੁਰੂ ਦੇ ਨਾਮ ਨੂੰ ਉਹਨਾਂ ਨੇ ਆਪਣੇ ਮਨ ਵਿੱਚ ਵਸਾ ਲਿਆ ਹੈ ਕਿ ਇਹੀ ਤੱਤਵ ਹੈ, ਸਿਧਾਂਤ ਹੈ, ਸਾਰ ਹੈ। ਬ੍ਰਹਮ ਸਰੂਪ ਨੂੰ ਆਪਣੇ ਅੰਦਰ ਮਹਾਰਾਜ ਕਹਿੰਦੇ ਭਾਈ ਵਸਾ ਲਿਆ ਏ। ਹਾਂ ਵਾਰੇ ਜਿਉ ਵਾਰੇ। ਹਜੂਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਅਸੀਂ ਭਾਈ ਉਹਨਾਂ ਤੋਂ ਵਾਰਨੇ ਜਾਂਦੇ ਆ,
ਮਨ ਕਰਕੇ ਬਲਹਾਰ ਜਾਂਦੇ ਹਾਂ। ਹਰ ਰਸ ਚਖ ਸਾਧ ਪਾਵਣਿਆ। ਜਿਨੇ ਹਰੀ ਦੇ ਨਾਮ ਦੇ ਰਸ ਨੂੰ ਚਖ ਕਰਕੇ ਇਹਦੇ ਸਵਾਦ ਨੂੰ ਪਾਵਣਿਆ ਪਾ ਲਿਆ ਹੈ, ਉਹਦੇ ਤੋਂ ਮਹਾਰਾਜ ਕਹਿੰਦੇ ਅਸੀਂ ਬਲਹਾਰ ਜਾਂਦੇ ਹਾਂ। ਸਾਧ ਸੰਗਤ ਜੀ, ਮਹਾਰਾਜ ਨੇ ਕਿਹਾ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰ ਤਾਂ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਹਰੀ ਰਸ ਤੂੰ ਪੱਲੇ 'ਚ ਨਹੀਂ ਨਾ ਪਾਵੇਂਗੀ, ਉਹਨਾਂ ਚਿਰ ਤੇਰੀ ਪਿਆਸ ਨਹੀਂ ਬੁਝਣੀ। ਸਾਨੂੰ ਬਹੁਤ ਸਾਰੇ ਸਵਾਦ ਪਤਾ ਹੈ ਕਿ ਕਿਹੜੀ ਚੀਜ਼ ਕਿੰਨੀ ਸਵਾਦ ਹੈ। ਖਾ ਖਾ ਕਰਕੇ ਕਿਹੜਾ ਮੂੰਹ ਥੱਕ ਗਿਆ ਹੈ, ਜਾਂ ਇਹਨਾਂ ਸਵਾਦਾਂ ਤੋਂ ਤ੍ਰਿਪਤੀ ਆ ਗਈ ਹੋਵੇ, ਨਹੀਂ ਆਉਂਦੀ ਪਈ। ਸਵਾਦ ਹੋਰ ਰਸਨਾ ਮੰਗਦੀ ਹੈ, ਹੋਰ ਮੰਗਦੀ ਹੈ। ਤੇ ਮਾਫ ਕਰਨਾ, ਇਹਨਾਂ ਸਵਾਦਾਂ ਕਰਕੇ ਕਈ ਆਪਣੇ ਸਰੀਰ ਦੀਆਂ ਵੀ ਜਖੜਾਂ ਵੱਢ ਸਿੱਟਦੇ ਆ। ਪਤਾ ਹੈ ਡਾਕਟਰ ਨੇ ਵੀ ਮਨਾ ਕਰ ਦਿੱਤਾ ਹੁੰਦਾ ਕਿਸੇ ਹੱਦ ਤੇ ਜਾ ਕਰਕੇ ਕਿ ਸ਼ੂਗਰ ਵੱਧ ਗਈ ਹੈ, ਹੁਣ ਨਾ ਖਾਈ। ਫਿਰ ਵੀ ਮੌਤ ਸਾਹਮਣੇ ਦਿਸਦੀ ਹੈ ਤਾਂ ਵੀ ਰਸ ਲੈਣਾ ਚਾਹੁੰਦਾ ਹੈ। ਫਿਰ ਵੀ ਸਾਧ ਸੰਗਤ ਜੀ ਮਜਬੂਰ ਹੋਇਆ ਉਸ ਰਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਇਹ ਇੰਨੇ ਰਸਾਂ ਨੂੰ ਜੀਵ ਨੇ ਮਾਣ ਲਿਆ ਹੈ, ਪਰ ਕੀ ਇਹਦੀ ਤ੍ਰਿਪਤੀ ਹੋ ਗਈ ਹੈ? ਤ੍ਰਿਪਤੀ ਨਹੀਂ ਇਹਦੀ ਹੁੰਦੀ, ਹੋਰ ਮੰਗਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਜੀਵਾਂ ਨੇ ਹਰੀ ਰਸ ਨਹੀਂ ਚਖਿਆ। ਜੇ ਕਿਤੇ ਹਰੀ ਰਸ ਨੂੰ ਚਖ ਲੈਂਦੀ ਨਾ ਤਾਂ ਮਹਾਰਾਜ ਕਹਿੰਦੇ ਭਾਈ ਇਹਨੂੰ ਸਵਾਦ ਆ ਜਾਂਦਾ, ਪਤਾ ਲੱਗ ਜਾਣਾ ਸੀ ਕਿ ਸੱਚੇ ਨਾਮ ਵਰਗੀ ਤਾਂ ਕੋਈ ਮਿੱਠੀ ਚੀਜ਼ ਹੈ ਹੀ ਨਹੀਂ, ਪਰ ਚਖਿਆ ਹੀ ਨਹੀਂ। ਜੇ ਚਖ ਲੈਂਦੀ ਤਾਂ ਫਿਰ ਸੀ ਨਾ। ਸਾਧ ਸੰਗਤ ਜੀ, ਜਿਹੜੀ ਰਸਨਾ ਹੈ ਨਾ, ਇਹ ਗਿਆਨ ਇੰਦਰਾ ਵੀ ਹੈ ਤੇ ਕਰਮ ਇੰਦਰਾ ਵੀ ਹੈ। ਕਰਮ ਇੰਦਰਾ ਤਾਂ ਇਹ ਬੋਲਦੀ ਹੈ ਤੇ ਗਿਆਨ ਇੰਦਰਾ ਤਾਂ ਇਹ ਰਸ ਦੱਸਦੀ ਹੈ। ਜਿਹੜਾ ਮਰਜੀ ਰਸ ਜ਼ਬਾਨ ਤੇ ਧਰ ਦਿਓ, ਫਟ ਉਹਦਾ ਸਵਾਦ ਦੱਸ ਦਿੰਦੀ ਹੈ, ਪਤਾ ਲੱਗ ਜਾਂਦਾ ਹੈ। ਬਾਹਰੋਂ ਸੂਰਤ ਵੇਖਣ ਤੋਂ ਤਾਂ ਨਹੀਂ ਨਾ ਅਨੁਮਾਨ ਲੱਗਦਾ। ਚਾਹੇ ਜੇ ਬਾਹਰੋਂ ਸਾਧ ਸੰਗਤ ਜੀ ਹਲਵਾਈ ਚਾਹੇ ਤਾਂ ਗੁਲਾਬ ਜਾਮ ਨੂੰ ਲੂਣ ਵਾਲੇ ਵੀ ਬਣਾ ਸਕਦਾ। ਉਹ ਆਟਾ ਹੀ ਗੁੰਨਣਾ ਹੁੰਦਾ, ਉਹਨੂੰ ਜਦੋਂ ਉਹਦੇ 'ਚ ਲੂਣ ਪਾ ਦੇ ਤਾਂ ਫੇਰ ਤਾਂ ਇਹੋ ਜਿਹੀਆਂ ਚੀਜ਼ਾਂ ਵੇਖਣ ਨੂੰ ਕਹੇ ਕਿ ਮਿੱਠਾ ਪ੍ਰਤੀਤ ਹੁੰਦਾ ਹੈ, ਪਰ ਸਾਧ ਸੰਗਤ ਜੀ ਚਖ ਕੇ ਪਤਾ ਲੱਗਦਾ ਫਿਰ। ਪਰ ਕੀ ਹੈ, ਹੋਰ ਸਭ ਕੁਝ ਤਾਂ ਚਖਿਆ ਹੈ, ਮਹਾਰਾਜ ਕਹਿੰਦੇ ਨਾਮ ਦਾ ਰਸ ਨਹੀਂ ਚਖਿਆ। ਜਿਸ ਕਰਕੇ ਕਿ ਸਵਾਦ ਪਤਾ ਹੀ ਨਹੀਂ ਲੱਗਾ। ਕਹਿਣ ਕਰਕੇ ਸੁਣ ਲਿਆ ਤੇ ਆਪ ਵੀ ਕਹਿ ਲਿਆ, ਪਰ ਸਾਧ ਸੰਗਤ ਜੀ ਪਤਾ ਤਾਂ ਉਦੋਂ ਲੱਗਦਾ ਨਾ ਜਦੋਂ ਆਪ ਚਖਿਆ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਚਖ ਲਿਆ ਨਾ ਨਾਮ ਰਸ ਨੂੰ ਤੇ ਇਹਦਾ ਸਾਧ ਭਾਵ ਸਵਾਦ ਪਾ ਲਿਆ ਹੈ, ਜਿਨ੍ਹਾਂ ਨੇ ਮਾਣ ਲਿਆ ਹੈ ਨਾਮ ਰਸ ਦੇ ਸਵਾਦ ਨੂੰ, ਹਜੂਰ ਕਹਿੰਦੇ ਅਸੀਂ ਉਹਨਾਂ ਤੋਂ ਬਲਹਾਰ ਜਾਂਦੇ ਹਾਂ। ਤੇ ਨਾਮ ਰਸ ਦਾ ਸਵਾਦ ਚਖਿਆ ਕਿਵੇਂ ਜਾਂਦਾ ਹੈ? ਕੋਈ ਵੀ ਪਦਾਰਥ ਤੁਸੀਂ ਰਸਨਾ ਤੇ ਹੀ ਧਰਦੇ ਹੋ ਨਾ ਚਖਣ ਵਾਸਤੇ, ਫੇਰ ਹੀ ਰਸਨਾ ਦੱਸਦੀ ਹੈ ਨਾ। ਮਹਾਰਾਜ ਕਹਿੰਦੇ ਨੇ ਗੁਰ ਮੰਤਰ ਆਪਣੀ ਰਸਨਾ ਤੇ ਧਰ ਲੈ। ਗੁਰ ਮੰਤਰ ਵਾਹਿਗੁਰੂ, ਜਦੋਂ ਵਾਹਿਗੁਰੂ ਰਸਨਾ ਤੇ ਧਰਾਂਗੇ ਤੇ ਸਾਧ ਸੰਗਤ ਜੀ ਇਸ ਮੰਤਰ ਦਾ ਵੀ ਰਸਨਾ ਸਵਾਦ ਜ਼ਰੂਰ ਚਖ ਲਵੇਗੀ। ਇਹ ਤਾਂ ਪਹਿਲੀਆਂ ਹੀ ਸਟੇਜਾਂ ਜਦੋਂ ਜਗਿਆਸੂ ਨੂੰ ਰਸ ਆਉਣ ਲੱਗ ਪੈਂਦਾ ਹੈ, ਫਿਰ ਰਸ ਦੇ ਆਉਂਦਿਆਂ ਹੀ ਅੱਗੇ ਬੜੀ ਤੀਬਰਤਾ ਨਾਲ ਤਰੱਕੀ ਹੁੰਦੀ ਹੈ। ਬੜੀ ਛੇਤੀ ਹੀ ਬਿਰਤੀ ਜਿਹੜੀ ਹੈ ਨਾ ਉਹ ਪੜਾਅ ਦਰ ਪੜਾਅ ਸਾਧ ਸੰਗਤ ਜੀ ਨਿਰਵਿਕਲਪ ਸਮਾਧੀ ਵੱਲ ਨੂੰ ਵੱਧਦੀ ਹੈ, ਕਿਉਂਕਿ ਰਸ ਵੱਧਦਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨੇ ਰਸ ਹੀ ਪਾ ਲਿਆ ਨਾ, ਸਵਾਦ ਪਾ ਲਿਆ, ਚਖ ਲਿਆ ਹੈ, ਉਸ ਗੁਰਸਿੱਖ ਤੋਂ ਅਸੀਂ ਬਲਹਾਰ ਕੁਰਬਾਨ ਜਾਂਦੇ ਹਾਂ। ਹਰ ਰਸ ਚਖ ਹੈ ਸੇ ਜਨ ਨਿਰਮਲ। ਜਿਹੜੇ ਹਰੀ ਦੇ ਨਾਮ ਰਸ ਨੂੰ ਚਖਦੇ ਐ, ਸਤਿਗੁਰੂ ਜੀ ਕਹਿੰਦੇ ਉਹ ਜਨ ਨਿਰਮਲ ਹਨ, ਸੁੱਧ ਹਨ, ਪਵਿੱਤਰ ਹਨ। ਕਿਉਂ? ਉਹਨਾਂ ਦੇ ਸਾਧ ਸੰਗਤ ਜੀ ਨਾਮ ਦੀ ਪ੍ਰੀਤ ਕਰਕੇ ਅੰਦਰ ਵਿਕਾਰਾਂ ਦੀ ਮੈਲ ਨਹੀਂ ਰਹਿੰਦੀ। ਫਿਰ ਜਿਹੜੇ ਹਰੀ ਦੇ ਨਾਮ ਰਸ ਨੂੰ ਚਖਦੇ ਐ, ਇਸੇ ਕਰਕੇ ਸਾਧ ਸੰਗਤ ਜੀ ਜਦੋਂ ਨਾਮ ਰਸ ਚਖਿਆ ਨਹੀਂ, ਸਵਾਦ ਨਹੀਂ ਆਇਆ,
ਮਨ ਦੀ ਮੈਲ ਉਸੇ ਤਰ੍ਹਾਂ ਹੀ ਬਣੀ ਰਹਿੰਦੀ ਹੈ। ਮਨ ਉਸੇ ਤਰ੍ਹਾਂ ਹੀ ਵਿਕਾਰੀ ਫੁਰਨੇ ਉਠਾਉਂਦਾ ਹੀ ਰਹਿੰਦਾ ਹੈ। ਮਹਾਰਾਜ ਕਹਿੰਦੇ ਉਹਨਾਂ ਦੀ ਨਿਸ਼ਾਨੀ ਹੈ ਜਿਨ੍ਹਾਂ ਨੂੰ ਨਾਮ ਰਸ ਆਉਣ ਲੱਗ ਪੈਂਦਾ ਹੈ, ਜਿਨ੍ਹਾਂ ਨੇ ਚਖਿਆ ਹੈ ਮੇਰੇ ਵਾਹਿਗੁਰੂ ਦੇ ਨਾਮ ਰਸ ਨੂੰ। ਹਜ਼ੂਰ ਕਹਿੰਦੇ ਭਾਈ ਉਹ ਸੁੱਧ ਹੋ ਜਾਂਦੇ ਹੈ, ਮਾਇਆ ਦੀ ਮੈਲ ਤੋਂ, ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਜਾਂਦੇ ਹਨ। ਨਿਰਮਲ ਨਾਮ ਧਿਆਵਣਿਆ। ਕਿਉਂ ਨਿਰਮਲ ਹੋ ਗਏ ਮਹਾਰਾਜ? ਸਤਿਗੁਰੂ ਜੀ ਕਹਿੰਦੇ ਕਿਉਂਕਿ ਭਾਈ ਨਿਰਮਲ ਸੁੱਧ ਜਿਹੜਾ ਨਾਮ ਸੀ ਨਾ, ਉਹ ਉਹਨਾਂ ਨੇ ਧਿਆਉਣਾ ਕੀਤਾ। ਨਾਮ ਇਹੋ ਜਿਹਾ ਸੁੱਧ ਸੀ ਆਪਣੇ ਆਪ ਵਿੱਚ, ਜਿਵੇਂ ਸਾਧ ਸੰਗਤ ਜੀ ਜਿਹੜਾ ਹੀਰਾ ਹੁੰਦਾ ਨਾ, ਹਨੇਰੇ ਵਿੱਚ ਰੱਖਣ ਤੋਂ ਉਹਨੂੰ ਕਿਸੇ ਕੋਲੋਂ ਲਾਈਟ ਥੋੜੋ ਲੈਣੀ ਪੈਂਦੀ ਹੈ ਹੀਰੇ ਨੂੰ, ਉਹ ਤੇ ਆਪਣੇ ਆਪ ਵਿੱਚ ਚਮਕ ਦੇ ਰਿਹਾ ਤੇ ਹਨੇਰਾ ਦੂਰ ਕਰ ਰਿਹਾ ਹੈ। ਇਸੇ ਤਰ੍ਹਾਂ ਨਾਮ ਆਪਣੇ ਆਪ ਵਿੱਚ ਪ੍ਰਕਾਸ਼ਮਾਨ ਹੈ, ਆਪਣੇ ਆਪ ਵਿੱਚ ਸੁੱਧ ਹੈ। ਮਹਾਰਾਜ ਕਹਿੰਦੇ ਭਾਈ ਨਾਮ ਦੇ ਜਪਣੇ ਕਰਕੇ ਇੰਨਾ ਉਹਨਾਂ ਨੂੰ ਸੁੱਧਤਾ ਪ੍ਰਾਪਤ ਹੋਈ ਹੈ ਕਿ ਨਾਮ ਨੇ ਸਾਰੀਆਂ ਹੀ ਮੈਲਾਂ ਉਹਨਾਂ ਦੀਆਂ ਗਵਾ ਦਿੱਤੀਆਂ ਹਨ। ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਸੋ ਨਹਿ ਕਰਵੇ ਜੋ ਸ਼ਬਦ ਵਿਚਾਰੇ। ਸੱਚੇ ਪਾਤਸ਼ਾਹ ਜੀ ਨੂੰ ਫਿਰ ਇਹਨਾਂ ਕਾਂਸ਼ੀ ਦੇ ਪੰਡਤਾਂ ਨੇ ਪੁੱਛਿਆ, ਮਹਾਰਾਜ ਇੱਛਾ ਤਾਂ ਮਨ ਚੋਂ ਜਾਂਦੀ ਨਹੀਂ, ਫੁਰਨਾ ਤਾਂ ਕਦੇ ਮਹਾਰਾਜ ਮੁੱਕਦਾ ਨਹੀਂ, ਤੇ ਮਹਾਰਾਜ ਤੁਸੀਂ ਦੱਸੋ ਫਿਰ ਜਿਹੜਾ ਹੈ ਨਿਸ਼ਕਾਮੀ ਕੌਣ ਹੋ ਸਕਦਾ ਹੈ ਕਿ ਜਿਹਦੇ ਅੰਦਰ ਇੱਛਾ ਕੋਈ ਨਾ ਹੋਵੇ। ਮਹਾਰਾਜ ਇੱਛਾ ਤਾਂ ਚੰਗੀ ਮਾੜੀ ਬਣੀ ਰਹਿੰਦੀ ਹੈ, ਤੇ ਮਹਾਰਾਜ ਜਿਹੜਾ ਨਿਸ਼ਕਰਮੀ ਹੈ, ਨਿਸ਼ਕਾਮੀ, ਉਹ ਕੌਣ ਹੋ ਸਕਦਾ ਹੈ? ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਸੋ ਨਹਿ ਕਰਮੇ ਜੋ ਸ਼ਬਦ ਵਿਚਾਰੇ। ਸਤਿਗੁਰੂ ਜੀ ਕਹਿੰਦੇ ਪਰਮਾਰਥ ਦੇ ਭਲੇ ਵਾਸਤੇ ਜਿਹੜਾ ਪੰਡਤ ਜੀ ਗੁਰੂ ਜੀ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਨਾ, ਮਹਾਰਾਜ ਕਹਿੰਦੇ ਉਹ ਨਿਸ਼ਕਾਮੀ ਹੁੰਦਾ ਹੈ, ਉਹ ਨਿਸ਼ਕਰਮੀ ਹੁੰਦਾ ਹੈ। ਸਤਿਗੁਰੂ ਜੀ ਉਹਦੇ ਅੰਦਰ ਇੱਛਾ ਤਾਂ ਹੈ ਨਾ ਪਰਮਾਰਥ ਦੀ, ਮਹਾਰਾਜ ਕਹਿੰਦੇ ਪਰਮਾਰਥ ਦੇ ਭਲੇ ਦੀ ਇੱਛਾ ਹੀ ਨਿਸ਼ਕਰਮੀ ਹੋਣਾ ਹੈ। ਇੱਛਾ ਤਾਂ ਹੁੰਦੀ ਹੈ ਪਰ ਮਹਾਰਾਜ ਕਹਿੰਦੇ ਇਹ ਇੱਛਾ ਨਿਸ਼ਕਰਮੀ ਇੱਛਾ ਹੈ। ਇਹ ਜਦੋਂ ਆਪਾਂ ਚਿੱਤ ਦੇ ਅੰਦਰ ਸਾਧ ਸੰਗਤ ਜੀ ਕੋਈ ਇੱਛਾ ਕਰਕੇ ਕਰਮ ਕਰਦੇ ਆ ਨਾ, ਤੇ ਸਾਡੇ ਮਨ ਦੀ ਇੱਛਾ ਕੀ ਹੈ ਉਸ ਕਰਮ ਦੇ ਅੰਦਰ? ਜੇ ਤਾਂ ਆਪਣੀ ਦੇਹ ਵਾਸਤੇ ਅਸੀਂ ਕਰ ਰਹੇ ਹਾਂ ਤੇ ਫਿਰ ਮੈਲੀ ਇੱਛਾ ਹੈ, ਤੇ ਬਹੁਤ ਕੁਛ ਕੀ ਤਕਰੀਬਨ ਸ਼ਬਦ ਤੋਂ ਬਿਨਾਂ ਸਾਰਾ ਕੁਛ ਹੀ ਸਾਧ ਸੰਗਤ ਜੀ ਕਰਮ ਵਿੱਚ ਕੀ ਹੈ ਕਿ ਦੇਹ ਦਾ ਪਿਛੋਕੜ ਹੈ, ਦੇਹ ਕਰਕੇ ਹੀ ਸਭ ਕੁਝ ਜੀਵ ਕਰਦਾ ਹੈ। ਪਰ ਜਦੋਂ ਪਰਮਾਰਥ ਦੇ ਭਲੇ ਵਾਸਤੇ ਕਿ ਮੈਨੂੰ ਨਿਰੰਕਾਰ ਦੀ ਪ੍ਰਾਪਤੀ ਹੋਵੇ, ਗੁਰੂ ਸਾਹਿਬ ਜੀ ਦੇ ਮੈਂ ਸ਼ਬਦ ਨੂੰ ਖੋਜਾਂ, ਮਹਾਰਾਜ ਦੇ ਉਪਦੇਸ਼ ਨੂੰ ਕਮਾਵਾਂ, ਸ਼ਬਦ ਦਾ ਅਭਿਆਸ ਕਰਾਂ, ਸਤਿਗੁਰੂ ਜੀ ਕਹਿੰਦੇ ਇਹ ਇੱਛਾ ਨਿਸ਼ਕਰਮੀ ਹੋਣਾ ਹੈ। ਜਿਹੜਾ ਹੈ ਨਾ ਗੁਰਸਿੱਖ, ਜਿਹੜਾ ਇਹ ਇੱਛਾ ਕਰਦਾ ਹੈ ਸ਼ਬਦ ਦੀ ਕਮਾਈ ਕਰਨ ਦੀ ਚੇਸ਼ਟਾ ਕਰਦਾ, ਭਾਵੇਂ ਅਜੇ ਕੀਤੀ ਨਹੀਂ, ਸੁਣ ਕੇ ਚਾਹ ਪੈਦਾ ਹੋ ਗਿਆ ਤੇ ਮਨ ਦੇ ਅੰਦਰ ਇਹ ਭਾਵ ਬਣ ਗਿਆ ਕਿ ਮਨਾ ਵੇਖ ਜ਼ਿੰਦਗੀ ਲੰਘ ਗਈ ਹੈ, ਹੁਣ ਜਿੰਨੇ ਸਵਾਸ ਹਨ ਭਜਨ ਕਰਕੇ ਸਫਲ ਕਰੀਏ, ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰ ਲਈਏ। ਸਾਧ ਸੰਗਤ ਜੀ ਗ੍ਰਸਤ ਦੇ ਧੰਦਿਆਂ ਵਿੱਚ ਵੀ ਕਦੇ ਪੜਾ ਉਹੋ ਜਿਹਾ ਆ ਜਾਂਦਾ ਹੈ ਜਿੱਥੇ ਜਾ ਕਰਕੇ ਜੀਵ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋ ਜਾਂਦਾ ਹੈ। ਹਾਂ, ਜੇ ਕੋਈ ਆਪ ਹੀ ਮਨ ਕਰਕੇ ਇੰਨਾ ਫਸਿਆ ਹੋਇਆ ਹੋਣਾ ਨਹੀਂ ਚਾਹੁੰਦਾ, ਕਿਉਂਕਿ ਆਸਮਰੱਥ ਹੈ ਨਾ ਜੀਵ, ਤੇ ਫਿਰ ਉੱਥੇ ਹੀ ਲੱਗਿਆ ਹੋਇਆ, ਉੱਥੇ ਹੀ ਸਾਧ ਸੰਗਤ ਜੀ ਮੌਤ ਆਉਂਦੀ ਹੈ, ਬੀਚੇ ਧੂਮਾਂ ਧਾਮ, ਉੱਥੇ ਹੀ ਫਿਰ ਧਰਮ ਰਾਜੇ ਦੇ ਦਮਦੂਤ ਆ ਕਰਕੇ ਪਕੜਦੇ ਆ। ਤੇ ਜਿਹੜੇ ਗੁਰਮੁਖ ਹਨ ਉਹਨਾਂ ਨੂੰ ਫਿਰ ਇਹ ਖਿਆਲ ਹੁੰਦਾ ਹੈ ਕਿ ਬੱਚਿਆਂ ਦੇ ਵਿਆਹੁਣ ਤੱਕ ਸਾਧ ਸੰਗਤ ਜੀ ਜਦੋਂ ਪ੍ਰੌਢਿਆ ਅਵਸਥਾ ਆ ਜਾਂਦੀ ਹੈ ਨਾ ਕਿ ਬੱਚੇ ਹੁਣ ਵਿਆਹੇ ਗਏ ਹੈ, ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੀਆਂ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਮੁੱਕ ਗਈਆਂ। ਹੁਣ ਫਿਰ ਉਹ ਪਰਿਵਾਰ ਨੂੰ ਸਾਧ ਸੰਗਤ ਜੀ ਭਾਵੇਂ ਕਿ ਐਸੇ ਗੁਰਮੁਖ ਵੀ ਹੈ, ਉਹ ਸ਼ਬਦ ਦੀ ਕਮਾਈ ਕਰਦੇ
ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਪਰਿਵਾਰ ਤੋਂ ਨਿਰਲੇਪ ਹੋ ਜਾਂਦੇ ਆ, ਵੱਖਰੇ ਹੋ ਜਾਂਦੇ ਆ। ਤੇ ਕਈ ਗੁਰਮੁਖ ਇਸ ਤਰ੍ਹਾਂ ਕਰਦੇ ਆ, ਉਹਨਾਂ ਨੂੰ ਫਿਰ ਕਹਿੰਦੇ ਭਾਈ ਹੁਣ ਜਿੰਨਾ ਮੇਰਾ ਨਾਤਾ ਸੀ ਉਹ ਮੈਂ ਨਿਭਾਇਆ ਹੈ, ਤੇ ਉਹ ਗੁਰੂ ਘਰ ਵਿੱਚ ਆਪਣੀ ਰਹਿੰਦੀ ਜ਼ਿੰਦਗੀ ਸਫਲੀ ਕਰਦੇ ਆ ਸੇਵਾ ਸਿਮਰਨ ਵਿੱਚ ਲਾ ਕਰਕੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਸਿੱਖਾਂ ਦੀ ਪ੍ਰੀਤ ਵੀ ਮਹਾਰਾਜ ਦੱਸਦੇ ਆ। ਪੰਕਤੀ ਫਿਰ ਪੜ੍ਹ ਦਿਓ। ਸੋ ਨਹਿ ਕਰਮੇ ਜੋ ਸ਼ਬਦ ਵਿਚਾਰੇ। ਜਿਹੜਾ ਸ਼ਬਦ ਦੀ ਮਹਾਰਾਜ ਕਹਿੰਦੇ ਗੁਰੂ ਜੀ ਦੇ ਉਪਦੇਸ਼ ਦੀ ਵਿਚਾਰ ਕਰਦਾ ਨਾ, ਉਹ ਮਹਾਰਾਜ ਕਹਿੰਦੇ ਭਾਈ ਨਿਸ਼ਕਾਮੀ ਹੁੰਦਾ ਹੈ। ਜਿਹਨੇ ਹੁਣ ਘਰ ਪਰਿਵਾਰ ਤਿਆਗ ਕਰਕੇ ਛੱਡ ਕਰਕੇ ਸਾਧ ਸੰਗਤ ਜੀ ਮਹਾਰਾਜ ਦੇ ਘਰ ਆ ਕਰਕੇ ਸੇਵਾ ਤੇ ਸ਼ਬਦ ਦੀ ਕਮਾਈ ਹੈ, ਉਹ ਨਿਸ਼ਕਰਮੀ ਹੋ ਗਿਆ ਹੈ। ਉਹਨੂੰ ਕੋਈ ਹੋਰ ਚਾਹਨਾ ਨਹੀਂ, ਕੋਈ ਹੋਰ ਇੱਛਾ ਨਹੀਂ। ਪਰ ਇਹ ਖਿਆਲ ਰੱਖਣਾ ਚਾਹੀਦਾ ਕਿ ਗੁਰੂ ਘਰ ਆ ਕੇ ਵੀ ਕਿਤੇ ਫਿਰ ਦੇਹ ਦੇ ਸਤਕਾਰ 'ਚ ਤੇ ਦੇਹ ਦੇ ਮਾਣ ਵਡਿਆਈ 'ਚ ਫਸਿਆ ਰਿਹਾ, ਫਿਰ ਵੀ ਬੜਾ ਔਖਾ ਹੈ ਪਰਮਾਰਥ ਦੇ ਰਾਹ ਤੇ ਚੱਲਣਾ। ਪਰਮਾਰਥ ਦੇ ਰਸਤੇ ਤੇ ਚੱਲਣਾ ਗੁਰੂ ਜੀ ਦੇ ਉਪਦੇਸ਼ ਵਿੱਚੋਂ ਹੀ ਮਾਰਗ ਮਿਲਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਹੀ ਸੂਖਸ਼ਮ ਤੋਂ ਸੂਖਸ਼ਮ ਹਉਮੈ ਨੂੰ ਨਾਸ਼ ਕਰਦਾ ਹੈ। ਉਸ ਤਰ੍ਹਾਂ ਨਹੀਂ ਹਉਮੈ ਨਾਸ਼ ਹੁੰਦੀ। ਮਹਾਰਾਜ ਕਹਿੰਦੇ ਭਾਈ ਉਹ ਨਿਸ਼ਕਰਮੀ ਹੁੰਦਾ ਪੰਡਤ ਜੀ, ਉਹ ਨਿਸ਼ਕਾਮੀ ਹੁੰਦਾ ਹੈ। ਉਹਦੇ ਅੰਦਰ ਹੋਰ ਕੋਈ ਕਾਮਨਾ ਨਹੀਂ ਹੁੰਦੀ। ਪ੍ਰਭੂ ਨੂੰ ਮਿਲਣ ਵਾਸਤੇ, ਵਾਹਿਗੁਰੂ ਵਿੱਚ ਅਭੇਦ ਹੋਣ ਵਾਸਤੇ ਇਹ ਉਹਨਾਂ ਦੇ ਅੰਦਰ ਇੱਛਾ ਹੁੰਦੀ ਹੈ। ਪਰਮੇਸ਼ਰ ਦੀ ਪ੍ਰਾਪਤੀ ਲਈ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੀ ਉਹ ਕਮਾਈ ਕਰਦੇ ਹੈ। ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ ਵਿਚਾਰਦੇ ਹੈ। ਉਸ ਨੂੰ ਮਹਾਰਾਜ ਕਹਿੰਦੇ ਭਾਈ ਸਾਡੇ ਘਰ ਵਿੱਚ ਨਿਸ਼ਕਾਮੀ ਕਿਹਾ ਜਾਂਦਾ ਹੈ। ਅੰਤਰ ਤਤ ਗਿਆਨ ਹਉਮੈ ਮਾਰੇ। ਅੰਦਰ ਉਸ ਦੇ ਫਿਰ ਮਹਾਰਾਜ ਕਹਿੰਦੇ ਭਾਈ ਤਤ ਸਰੂਪ ਦਾ ਬ੍ਰਹਮ ਦਾ ਗਿਆਨ ਪ੍ਰਗਟ ਹੋ ਜਾਂਦਾ ਹੈ। ਕਦੋਂ? ਜਦੋਂ ਹਉਮੈ ਨੂੰ ਮਾਰ ਲੈਂਦਾ ਹੈ। ਜਦੋਂ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਹਉਮੈ ਨੂੰ ਮਾਰ ਲੈਂਦਾ ਨਾ, ਉਦੋਂ ਫਿਰ ਅੰਦਰ ਤਤ ਸਰੂਪ ਜਿਹੜਾ ਹੈ ਨਾ ਪਰਮੇਸ਼ਰ ਬ੍ਰਹਮ ਆਪ ਉਹਦੇ ਅੰਦਰ ਸਾਖਿਆਤ ਹੋ ਜਾਂਦਾ ਹੈ। ਜਿੰਨਾ ਚਿਰ ਸਾਡੇ ਕਰਮ ਸਾਧ ਸੰਗਤ ਜੀ ਦੇਹੰ ਵਾਲੇ ਆ ਨਾ, ਉਹਨਾਂ ਚਿਰ ਨਹੀਂ ਬ੍ਰਹਮ ਦਾ ਸਪਰਸ਼ ਮਿਲਦਾ। ਜਿੰਨਾ ਵੇਖੀਏ ਤਸਵੀਰਾਂ ਵੀ ਆਪਾਂ ਖਿੱਚਦੇ ਆ ਖਿਚਾਉਨੇ ਆ, ਇਹ ਦੇਹ ਦੀਆਂ ਹੀ ਹੁੰਦੀਆਂ ਹਨ। ਸਾਡੇ ਕਰਮ ਵਿੱਚ ਪਿੱਛੇ ਪ੍ਰਯੋਜਨ ਕੀ ਹੈ? ਦੇਹ ਹੈ ਜਾਂ ਪਰਮਾਰਥ ਹੈ? ਇਹ ਵੇਖਣਾ ਚਾਹੀਦਾ। ਤੇ ਜੇ ਪਰਮਾਰਥ ਹੈ ਫਿਰ ਨਿਸ਼ਕਾਮੀ ਹੈ, ਤੇ ਜੇ ਦੇਹ ਹੈ ਫਿਰ ਨਿਸ਼ਕਾਮੀ ਨਹੀਂ ਹੈ। ਤੇ ਦੇਹ ਦੇ ਪ੍ਰਯੋਜਨ ਵਾਸਤੇ ਹੀ ਸਭ ਕੁਝ ਸਾਧ ਸੰਗਤ ਜੀ ਹੁੰਦਾ ਪਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੇ ਹਉਮੈ ਨੂੰ ਮਾਰ ਲੈ ਨਾ, ਦੇਹ ਦੀ ਹੰਗਤਾ ਨੂੰ, ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ ਕਮਾ ਕਰਕੇ ਫਿਰ ਬ੍ਰਹਮ ਦਾ ਗਿਆਨ ਜਿਹੜਾ ਅੰਦਰ ਪ੍ਰਗਟ ਹੋ ਜਾਂਦਾ ਹੈ। ਤਤ ਸਰੂਪ ਪਰਮੇਸ਼ਰ ਸਾਖਿਆਤ ਹੋ ਜਾਂਦਾ ਏ। ਨਾਮ ਪਦਾਰਥ ਨੌ ਨਿਧ ਪਾਏ। ਹਜੂਰ ਕਹਿੰਦੇ ਨਾਮ ਦਾ ਪਦਾਰਥ ਫਿਰ ਗੁਰੂ ਸਾਹਿਬ ਜੀ ਦੇ ਕੋਲੋਂ ਜਦੋਂ ਪਾਉਂਦਾ ਹੈ ਨਾ ਗੁਰਸਿੱਖ, ਨਾਮ ਦੇ ਪਦਾਰਥ ਵਿੱਚ ਹੀ 9 ਨਿਧੀਆਂ ਮਹਾਰਾਜ ਕਹਿੰਦੇ ਭਾਈ ਵਸਦੀਆਂ ਹਨ। ਇਹ 9 ਨਿਧੀਆਂ 18 ਸਿੱਧੀਆਂ ਨਾਮ ਵਿੱਚੋਂ ਹੀ ਗੁਰਸਿੱਖ ਪਾ ਲੈਂਦੇ ਐ। ਇਹ ਸਾਧ ਸੰਗਤ ਜੀ ਐਸੀ ਦਾਤ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀ ਹੈ ਕਿ ਸ਼ਬਦ ਦੀ ਕਮਾਈ ਕਰਕੇ ਸੁਤੇ ਹੀ ਸ਼ਕਤੀਆਂ ਪ੍ਰਗਟ ਹੋਣ ਲੱਗ ਪੈਂਦੀਆਂ ਹਨ। ਪਰ ਉਹ ਸ਼ਕਤੀ ਨੂੰ ਗੋਪ ਰੱਖਦੇ ਐ, ਪ੍ਰਗਟ ਨਹੀਂ ਹੋਣ ਦਿੰਦੇ। ਕਿਉਂਕਿ ਜਿੰਨੀ ਸ਼ਕਤੀ ਪ੍ਰਗਟ ਹੋਵੇਗੀ ਨਾ, ਉਨੇ ਲੋਕ ਮਗਰ ਲੱਗਣੇ। ਜਿੰਨੀਆਂ ਰਿੱਧੀਆਂ ਸਿੱਧੀਆਂ ਪ੍ਰਗਟ ਕੀਤੀਆਂ ਨਾ, ਉਨਾ ਹੀ ਸੰਸਾਰੀ ਲੋਕਾਂ ਨੇ ਪੂਜਣਾ ਤੇ ਉਹਦੀ ਜੈ ਜੈਕਾਰ ਕਰਨੀ ਹੈ। ਤੇ ਉਸ ਜੈ ਜੈਕਾਰ ਵਿੱਚ ਫਿਰ ਜੇ ਫਸ ਗਿਆ, ਉਸ ਪੂਜਣ ਵਿੱਚ ਫਸ ਗਿਆ, ਤੇ ਫਿਰ ਵਾਹਿਗੁਰੂ ਤੱਕ ਨਹੀਂ ਪਹੁੰਚਿਆ ਜਾਣਾ। ਇਸ ਕਰਕੇ ਨਾਮ ਦੇ ਪਦਾਰਥ ਨਾਲ ਇਹ ਸਾਰੀਆਂ ਹੀ ਸ਼ਕਤੀਆਂ ਮਿਲ ਜਾਂਦੀਆਂ, ਪਰ ਫਿਰ ਵੀ ਉਹ ਬਹੁਤ ਗੁਪਤ ਰਹਿੰਦੇ ਆ। ਸਾਰਾ ਕੁਝ ਆਪਣੇ ਆਪ ਦੇ ਅੰਦਰ ਲੁਕਾ ਕੇ ਰੱਖਦੇ ਆ, ਛੁਪਾ ਕੇ ਰੱਖਦੇ ਆ। ਤੇ ਜੇ ਕੋਈ ਉਹਨਾਂ ਦੀ ਸਿਫਤ ਕਰੇ ਵੀ ਨਾ, ਤੇ ਉਹ ਕਹਿੰਦੇ ਆ ਭਾਈ ਮੈਂ ਤਾਂ ਗਰੀਬ, ਮੇਰੇ ਕੋਲ ਕੁਝ ਨਹੀਂ। ਇਹ ਸਭ ਸ਼ਕਤੀਆਂ ਗੁਰੂਦੇਵ ਦੀਆਂ ਆਪਣੀਆਂ ਹਨ। ਮਹਾਰਾਜ ਦੇ ਦਿੰਦੇ ਵਰਤਣ ਨੂੰ, ਪਰ ਸਾਧ ਸੰਗਤ ਜੀ ਉਹ ਅਜਰ ਸ਼ਕਤੀ ਨੂੰ ਅੰਦਰ ਜਰ ਲੈਂਦੇ ਆ। ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਹੀ 9 ਨਿਧੀਆਂ ਆ ਕੇ ਵਸ ਜਾਂਦੀਆਂ
ਨਾਮ ਦੇ ਪਦਾਰਥ ਕਰਕੇ। ਤ੍ਰੈ ਗੁਣ ਮੇਟ ਸਮਾਵਣਿਆ। ਮਹਾਰਾਜ ਕਹਿੰਦੇ ਮਾਇਆ ਦੇ 3 ਗੁਣ ਮੇਟ ਕਰਕੇ ਵਾਹਿਗੁਰੂ ਦੇ ਅੰਦਰ ਹੀ ਉਹ ਸਮਾ ਗਏ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਤਮੋ ਗੁਣ ਮਰ ਜਾਂਦਾ ਹੈ ਭਜਨ ਕਰਨ ਨਾਲ, ਤੇ ਸਾਧ ਸੰਗਤ ਜੀ ਰਜੋ ਗੁਣ ਵੀ ਉਹਨਾਂ ਨੇ ਸਮਾਪਤ ਕਰ ਦਿੱਤਾ ਜਦੋਂ ਦੇਹ ਤੋਂ ਹੀ ਨਿਕਲ ਗਏ। ਤੇ ਫਿਰ ਜਿਹੜਾ ਆਪਣੇ ਸਤਕਾਰ ਦੀ ਇੱਛਾ ਹੈ ਉਹ ਵੀ ਸਾਧ ਸੰਗਤ ਜੀ ਮਰ ਜਾਂਦੀ ਹੈ ਜਦੋਂ ਆਪਣੇ ਆਪ ਨੂੰ ਦੇਹ ਸਮਝਦੇ ਹੀ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈਓ 3 ਗੁਣਾਂ ਨੂੰ ਮੇਟ ਕਰਕੇ ਨਾ ਵਾਹਿਗੁਰੂ ਦੇ ਅੰਦਰ ਫਿਰ ਸਮਾ ਜਾਂਦੇ ਆ, ਭੇਦ ਹੋ ਜਾਂਦੇ ਆ। ਹਮੈ ਕਰੈ ਨਹਿ ਕਰਮੀ ਨਾ ਹੋਵੈ। ਜਿਹੜਾ ਮਹਾਰਾਜ ਕਹਿੰਦੇ ਹਉਮੈ ਕਰਦਾ ਪੰਡਤ ਜੀ ਉਹ ਨਿਸ਼ਕਾਮੀ ਨਹੀਂ ਹੋ ਸਕਦਾ, ਕਿਉਂਕਿ ਹੁਣ ਪੰਡਤਾਂ ਨੇ ਵੀ ਆ ਕੇ ਗਿਆਨ ਦੀ ਹੀ ਚਰਚਾ ਮਹਾਰਾਜ ਨਾਲ ਕਰਨੀ ਚਾਹੀ ਨਾ। ਤੇ ਮੈਨੂੰ ਗਿਆਨ ਹੈ, ਮੈਂ ਗਿਆਨ ਪ੍ਰਾਪਤ ਕਰੂੰਗਾ, ਮੈਂ ਕਰਨਾ ਹੈ। ਇਹ ਸਾਧ ਸੰਗਤ ਜੀ ਜਿਹੜਾ ਆਪਣੇ ਆਪ ਦਾ ਕਿ ਮੈਂ ਕਰੂੰਗਾ, ਮੈਂ ਕਰਾਂਗਾ, ਮੈਂ ਕਰਨਾ ਹੈ, ਇਹ ਹਉਮੈ ਹੀ ਹੁੰਦੀ ਹੈ। ਤੇ ਜਾਂ ਮੈਂ ਕੀਤਾ ਹੈ, ਇਹ ਹਉਮੈ ਦਾ ਹੀ ਸਰੂਪ ਹੈ। ਜਿਹੜਾ ਮਹਾਰਾਜ ਕਹਿੰਦੇ ਹੰਕਾਰ ਕਰਦਾ ਨਾ, ਕਿਸੇ ਵੀ ਕਰਮ ਵਿੱਚ ਹੰਕਾਰ ਹੈ ਤਾਂ ਮਹਾਰਾਜ ਕਹਿੰਦੇ ਉਹ ਨਿਸ਼ਕਾਮ ਕਰਮ ਨਹੀਂ ਹੋ ਸਕਦਾ। ਉਹਦੇ ਅੰਦਰ ਮੈਲ ਵੈ, ਉਹਦੇ ਅੰਦਰ ਕੋਈ ਇੱਛਾ ਰੂਪੀ ਮੈਲ ਭਰੀ ਹੋਈ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਹਉਮੈ ਕਰਨ ਵਾਲਾ ਪੁਰਖ ਕਦੇ ਨਿਸ਼ਕਰਮੀ ਨਹੀਂ ਹੁੰਦਾ ਹੈ। ਗੁਰ ਪ੍ਰਸਾਦੇ ਹਉਮੈ ਖੋਵੈ। ਜਦੋਂ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਹੁੰਦੀ ਹੈ ਉਦੋਂ ਹਉਮੈ ਨੂੰ ਖੋਹ ਲੈਂਦਾ ਹੈ ਸੇਵਾ ਕਰਦਾ ਹੋਇਆ ਗੁਰਸਿੱਖ। ਹਉਮੈ ਨਾਸ਼ ਹੁੰਦੀ ਹੈ ਤੇ ਨਿਸ਼ਕਾਮੀ ਹੋ ਜਾਂਦਾ ਹੈ। ਜਦੋਂ ਹੋਵੇ ਅੰਦਰ ਹਉਮੈ ਤੇ ਨਿਸ਼ਕਾਮੀ ਕਿਵੇਂ ਹੋ ਸਕਦਾ ਹੈ? ਸਾਧ ਸੰਗਤ ਜੀ ਆਪਾਂ ਦੁਨੀਆ ਦੇ ਅੰਦਰ ਸੰਸਾਰ ਦੇ ਅੰਦਰ ਵੇਖਦੇ ਹਾਂ ਕਿੰਨੇ ਲੋਕ ਧਰਮ ਦੇ ਕਰਮ ਕਰਦੇ ਆ, ਕਿੰਨਾ ਲੰਗਰ ਦੇ ਵੀ ਕਰਮ ਕਰਦੇ ਆ। ਫਿਰ ਜੇ ਆਪਾਂ ਵੇਖੀਏ ਫਿਰ ਉਹਦੇ ਨਾਲ ਸਾਧ ਸੰਗਤ ਜੀ ਉਹਨਾਂ ਨੂੰ ਨਿਸ਼ਕਾਮ ਵਾਲਾ ਕਰਮ ਨਹੀਂ ਉਹਨਾਂ ਦਾ। ਮਹਾਰਾਜ ਕਹਿੰਦੇ ਉਹਨਾਂ ਚਿਰ ਨਹੀਂ ਜਿੰਨਾ ਚਿਰ ਉਸ ਕਰਮ ਦੇ ਕਰਨ ਵਿੱਚ ਹਉਮੈ ਵੜੀ ਹੋਈ ਹੈ, ਹੰਕਾਰ ਹੈ ਅੰਦਰ, ਤੇ ਉਹਨਾਂ ਚਿਰ ਨਿਸ਼ਕਾਮੀ ਹੋ ਹੀ ਨਹੀਂ ਸਕਦਾ। ਇਸੇ ਕਰਕੇ ਸਾਧ ਸੰਗਤ ਜੀ ਮੈਲ ਨਹੀਂ ਲੱਥਦੀ, ਗੁਰੂ ਜੀ ਦੀ ਕਿਰਪਾ ਨਹੀਂ ਪ੍ਰਾਪਤ ਹੁੰਦੀ। ਜੇ ਕੋਈ ਗੁਰੂ ਘਰ ਦਾਨ ਵੀ ਕਰਦਾ ਤੇ ਅੰਦਰ ਉਹਦੇ ਇੱਛਾ ਇਹ ਹੋਵੇ ਕਿ ਮੇਰਾ ਪਤਾ ਲੱਗੇ, ਮੇਰੀ ਵਡਿਆਈ ਹੋਵੇ, ਇਸ ਕਰਕੇ ਫਿਰ ਹਉਮੈ ਦੀ ਮੈਲ ਵੈ ਨਾ, ਉਹ ਕੀਤਾ ਹੋਇਆ ਦਾਨ ਫਲਦਾ ਹੀ ਨਹੀਂ ਹੈ। ਨਿਸ਼ਕਾਮ ਕਰਮ ਕਿਵੇਂ ਹੋ ਸਕਦਾ? ਫਿਰ ਜਿਹੜੇ ਕੋਈ ਆਪਾਂ ਸੇਵਾ ਵੀ ਕਰੀਏ ਤੇ ਸੇਵਾ ਕਰਕੇ ਵੀ ਅੰਦਰ ਹਉਮੈ ਹੋਵੇ ਕਿ ਮੈਂ ਸੇਵਾ ਕਰ ਰਿਹਾ, ਬੜਿਆ ਸੇਵਾਦਾਰ ਹਾਂ ਮੈਂ, ਇਹ ਤਾਂ ਫਿਰ ਸਾਧ ਸੰਗਤ ਜੀ ਹਉਮੈ ਹੋਊਗੀ। ਇਹ ਨਿਸ਼ਕਾਮ ਕਰਮ ਨਹੀਂ ਹੋ ਸਕਦਾ। ਭਾਵੇਂ ਕਿ ਸੇਵਾ ਕਰਨਾ ਉਹਦਾ ਆਪਣਾ ਹੋਰ ਕੋਈ ਉਹਦੇ ਵਿੱਚ ਪ੍ਰਯੋਜਨ ਨਹੀਂ, ਪਰ ਇਹ ਪ੍ਰਯੋਜਨ ਤਾਂ ਮੈਲੀ ਇੱਛਾ ਬੜੀ ਹੋਈ ਹੈ ਨਾ ਕਿ ਮੈਨੂੰ ਸੇਵਾਦਾਰ ਸਮਝਿਆ ਜਾਵੇ, ਮੇਰਾ ਨਾਮ ਲਿਖਿਆ ਜਾਵੇ। ਇਹ ਹਉਮੈ ਹੈ। ਜਿੰਨਾ ਚਿਰ ਹਉਮੈ ਹੈ ਮਹਾਰਾਜ ਕਹਿੰਦੇ ਨਿਸ਼ਕਾਮੀ ਹੋ ਹੀ ਨਹੀਂ ਸਕਦਾ। ਨਹੀਂ ਤਾਂ ਵੇਖ ਲਓ ਕਈ ਕਿੰਨਾ ਘਰ-ਬਾਰ ਤਿਆਗ ਕਰਕੇ ਕਿੰਨੇ ਨਿਸ਼ਕਾਮ ਕਰਮ ਕਰਦੇ ਪ੍ਰਤੀਤ ਹੁੰਦੇ ਹੈ, ਪਰ ਸਾਧ ਸੰਗਤ ਜੀ ਨਿਸ਼ਕਾਮੀ ਨਹੀਂ ਹੋ ਸਕਦਾ ਜਿੰਨਾ ਚਿਰ ਅੰਦਰ ਹਉਮੈ ਵੜੀ ਹੋਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਾ ਹੀ ਹੈ ਨਾ ਕਿ ਬਿਨਾ ਹਉਮੈ ਦੇ ਤਿਆਗ ਤੋਂ ਕਿਵੇਂ ਕੋਈ ਤਿਆਗੀ ਅਖਵਾ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਫਰਮਾਉਂਦੇ ਹਨ, ਫਿਰ ਪੜ੍ਹ ਦਿਓ ਪੰਕਤੀ। ਗੁਰ ਪ੍ਰਸਾਦੇ ਹਉਮੈ ਖੋਵੈ। ਗੁਰੂ ਸਾਹਿਬ ਦੀ ਕਿਰਪਾ ਹੋਵੇ ਤੇ ਫਿਰ ਹੀ ਹਉਮੈ ਨੂੰ ਖੋ ਸਕਦਾ ਹੈ, ਨਾਸ਼ ਕਰ ਸਕਦਾ ਹੈ। ਬਿਨ ਹਉ ਤਿਆਗ ਕਹਾਂ ਕੋ ਤਿਆਗੀ, ਮਹਾਰਾਜ ਇਹ ਸ਼ਬਦ ਕਹੇ ਹੈ ਕਿ ਭਾਈ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਹੈ ਜਦੋਂ, ਉਦੋਂ ਫਿਰ ਹਉਮੈ ਨਾਸ਼ ਹੁੰਦੀ ਹੈ, ਫਿਰ ਨਿਸ਼ਕਾਮੀ ਹੋ ਜਾਂਦਾ ਏ। ਅੰਤਰ ਵਿਵੇਕ ਸਦਾ ਆਪ ਵਿਚਾਰੇ। ਜਿਹੜਾ ਸਦਾ ਹੀ ਆਪਣੇ ਆਪੇ ਦੇ ਸਰੂਪ ਦੀ ਵਿਚਾਰ ਕਰਦਾ ਹੈ ਨਾ, ਉਹਦੇ ਅੰਦਰ ਵਿਵੇਕ ਆ ਜਾਂਦਾ ਹੈ, ਗਿਆਨ ਆ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਆਪਣੇ ਆਪ ਦੀ ਵਿਚਾਰ ਕਰਦਾ ਰਹਿੰਦਾ ਹੈ, ਮੈਂ ਕੀ ਹਾਂ, ਮੈਂ ਦੇਹ ਹਾਂ, ਸੂਖਸ਼ਮ ਦੇਹ ਹਾਂ, ਕਾਰਨ ਦੇ ਆ, ਮੈਂ ਕੌਣ ਆ, ਜਿਹੜਾ ਆਪਣੇ ਆਪੇ ਦੀ ਵਿਚਾਰ ਕਰਦਾ ਹੈ
ਗੁਰੂ ਸਾਹਿਬ ਦੇ ਸ਼ਬਦ ਦੇ ਦੁਆਰਾ ਲੱਭਦਾ ਹੈ ਆਪਣੇ ਸਰੂਪ ਨੂੰ। ਤੇ ਮਹਾਰਾਜ ਜੀ ਦੇ ਸ਼ਬਦ ਵਿੱਚੋਂ ਜਦੋਂ ਉਹਨੂੰ ਲੱਭ ਪੈਂਦਾ ਹੈ ਕਿ ਮੈਂ ਤਾਂ ਬ੍ਰਹਮ ਸਰੂਪ ਹਾਂ, ਮੈਂ ਤਾਂ ਦੁੱਖ ਸੁੱਖ ਤੋਂ ਭਰੇ ਹਾਂ, ਮੈਂ ਤਾਂ ਅਬਿਨਾਸੀ ਸਰੂਪ ਹਾਂ, ਇਹ ਫਿਰ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਸ਼ਬਦ ਨਾਲ ਕਮਾਈ ਨਾਲ ਅੰਦਰ ਵਿਵੇਕ ਹੋ ਜਾਂਦਾ ਹੈ, ਗਿਆਨ ਆ ਜਾਂਦਾ ਹੈ। ਜਿਹੜੇ ਆਪਣੇ ਆਪੇ ਦੀ ਵਿਚਾਰ ਕਰਦੇ ਐ ਉਹਨਾਂ ਨੂੰ ਮਹਾਰਾਜ ਕਹਿੰਦੇ ਭਾਈ ਗਿਆਨ ਦਾ ਪ੍ਰਸਾਦ ਮਿਲ ਜਾਂਦਾ ਏ। ਗੁਰ ਸ਼ਬਦੇ ਗੁਣ ਗਾਵਣਿਆ, ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਨਾਲ ਉਹ ਪਰਮੇਸ਼ਰ ਦੇ ਗੁਣਾਂ ਨੂੰ ਗਾਵਣਿਆ ਗਾਉਂਦੇ ਆ। ਹਰ ਸਾਰ ਸਾਗਰ ਨਿਰਮਲ ਸੋਏ, ਮਹਾਰਾਜ ਕਹਿੰਦੇ ਜਿਹੜਾ ਮੇਰਾ ਵਾਹਿਗੁਰੂ ਹੈ ਨਾ ਉਹ ਸਰ ਮਾਨ ਸਰੋਵਰ ਦੀ ਨਿਆਈ ਹੈ। ਸਾਗਰ ਦੀ ਨਿਆਈ ਮਹਾਰਾਜ ਕਹਿੰਦੇ ਵਿਸ਼ਾਲ ਹੈ, ਪਰ ਮਹਾਰਾਜ ਕਹਿੰਦੇ ਸਾਗਰ ਤਾਂ ਭਾਈ ਜਿਹੜਾ ਉਹ ਖਾਰਾ ਏ, ਪਰ ਨਿਰਮਲ ਸੋਈ ਉਹ ਨਿਰਮਲ ਵੈ, ਪਵਿੱਤਰ ਵੈ, ਸੁੱਧ ਵੈ। ਇਹੋ ਜਿਹਾ ਹਰੀ ਜਿਹੜਾ ਨਾ ਉਹ ਸਾਗਰ ਦੀ ਨਿਆਈ ਮਹਾਰਾਜ ਕਹਿੰਦੇ ਭਾਈ ਵਿਸ਼ਾਲ ਵੈ, ਮਾਨ ਸਰੋਵਰ ਦੀ ਨਿਆਈ ਪਵਿੱਤਰ ਹੈ ਮੇਰਾ ਵਾਹਿਗੁਰੂ। ਸੰਤ ਚੁਗ ਹੈ ਨਿਤ ਗੁਰਮੁਖ ਹੋਏ, ਨਿਤਾ ਪ੍ਰਤੀ ਗੁਰਮੁਖ ਬਣ ਕਰਕੇ ਜਿਹੜੇ ਸੰਤ ਮਹਾਪੁਰਸ਼ ਨਾਮ ਦਾ ਚੋਗਾ ਚੁਗਦੇ ਆ ਨਾ ਵਾਹਿਗੁਰੂ ਰੂਪੀ ਮਾਨ ਸਰੋਵਰ ਤੇ ਬੈਠ ਕਰਕੇ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਨਿਹਾਲ ਹੋ ਜਾਂਦੇ ਆ ਸੰਤ ਬਣ ਕਰਕੇ। ਕਿਉਂਕਿ ਮਹਾਰਾਜ ਜੀ ਨੇ ਜਿਹੜੇ ਸੰਤ ਵੈ ਉਹਨਾਂ ਨੂੰ ਸਾਧ ਸੰਗਤ ਜੀ ਹੰਸਾਂ ਦਾ ਖਿਤਾਬ ਦਿੱਤਾ ਹੈ। ਜਿਵੇਂ ਹੰਸ ਜਿਹੜੇ ਹੀਰਾ ਮੋਤੀ ਚੁਗਦੇ ਆ ਨਾ ਉਥੋਂ ਮਾਨ ਸਰੋਵਰ ਤੋਂ, ਇਵੇਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵਾਹਿਗੁਰੂ ਰੂਪੀ ਮਾਨ ਸਰੋਵਰ ਤੇ ਸੰਤ ਭਗਤ ਆ ਕਰਕੇ ਬੈਠਦੇ ਐ ਤੇ ਉਹ ਨਾਮ ਦਾ ਚੋਗਾ ਚੁਗਦੇ ਐ ਤੇ ਨਿਤਾ ਪ੍ਰਤੀ ਫਿਰ ਗੁਰਮੁਖ ਬਣ ਜਾਂਦੇ ਐ। ਸਤਿਗੁਰੂ ਜੀ ਦੇ ਸਨਮੁਖ ਉਹਨਾਂ ਦੇ ਚਿੱਤ ਹੋ ਜਾਂਦੇ ਆ। ਇਸ਼ਨਾਨ ਕਰ ਹੈ ਸਦਾ ਦਿਨ ਰਾਤੇ, ਦਿਨ ਰਾਤ ਹੀ ਉਹ ਵਾਹਿਗੁਰੂ ਰੂਪ ਮਾਨ ਸਰੋਵਰ ਦੇ ਅੰਦਰ ਸੰਤ ਰੂਪੀ ਹੰਸ ਜਿਹੜੇ ਐ ਮਹਾਰਾਜ ਕਹਿੰਦੇ ਭਾਈ ਇਸ਼ਨਾਨ ਕਰਦੇ ਐ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਇਹੋ ਜਿਹਾ ਇਸ਼ਨਾਨ ਜਿਹੜਾ ਉਹ ਰਾਤ ਦਿਨ ਹੀ ਕਰਦੇ ਐ। ਸਦਾ ਨਾਮ ਵਿੱਚ ਸੁਰਤ ਜੁੜੀ ਰਹਿੰਦੀ ਐ, ਨਾਮ ਦਾ ਚੋਗਾ ਚੁਗਦੇ ਰਹਿੰਦੇ ਐ। ਰਾਤ ਦਿਨ ਹੀ ਵਾਹਿਗੁਰੂ ਰੂਪੀ ਮਾਨ ਸਰੋਵਰ ਦੇ ਅੰਦਰ ਗੁਰਮੁਖ ਜਿਹੜੇ ਆ ਹੰਸਾਂ ਦੀ ਨਿਆਈ ਇਸ਼ਨਾਨ ਕਰਦੇ ਆ। ਮੈਲ ਚੁਕਾਵਣਿਆ, ਹਉਮੈ ਦੀ ਮੈਲ ਫਿਰ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਚੁੱਕ ਜਾਂਦੀ ਹੈ, ਨਾਸ਼ ਹੋ ਜਾਂਦੀ ਹੈ। ਜਿਵੇਂ ਤੀਰਥਾਂ ਤੇ ਨਹਾ ਕੇ ਪਾਪਾਂ ਦੇ ਉਤਰਨ ਦਾ ਸਾਧ ਸੰਗਤ ਜੀ ਜਿਵੇਂ ਮਨ ਦੇ ਅੰਦਰ ਖਿਆਲ ਕੀਤਾ ਜਾਂਦਾ ਹੈ, ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਰੂਪੀ ਮਾਨ ਸਰੋਵਰ ਵਿੱਚ ਜਿਹੜੇ ਸੰਤ ਭਗਤ ਇਸ਼ਨਾਨ ਕਰਦੇ ਆ ਉਹਨਾਂ ਦੀ ਹਉਮੈ ਦੀ ਮੈਲ ਲੱਥ ਜਾਂਦੀ ਆ। ਨਿਰਮਲ ਹੰਸਾ ਪ੍ਰੇਮ ਪਿਆਰ, ਇਹ ਮਹਾਰਾਜ ਹੰਸ ਜਿਹੜੇ ਆ ਸੰਤ ਭਗਤ ਨਿਰਮਲ ਕਿਉਂ ਹੋ ਗਏ? ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦਾ ਮਨ ਕਰਕੇ ਪ੍ਰੇਮ ਵੈ, ਤਨ ਸਰੀਰ ਕਰਕੇ ਪਿਆਰ ਵੈ। ਇਸ ਕਰਕੇ ਜਿਹੜੇ ਹੰਸ ਵੈ ਨਾ ਸੰਤ ਭਗਤ ਉਹ ਬੜੇ ਨਿਰਮਲ ਹੁੰਦੇ ਐ, ਪਵਿੱਤਰ ਚਿੱਤ ਹੁੰਦੇ ਐ। ਕਦੇ ਵੀ ਉਹਨਾਂ ਦੀ ਸਾਧ ਸੰਗਤ ਜੀ ਇੱਛਾ ਮੈਲੀ ਨਹੀਂ ਹੁੰਦੀ। ਨੇਤਰਾਂ ਕਰਕੇ ਵੀ ਬਹੁਤ ਪਵਿੱਤਰ ਹੁੰਦੇ ਐ, ਦੇਖਦੇ ਐ ਨਿਹਾਲ ਕਰ ਦਿੰਦੇ ਐ। ਇਹੋ ਜਿਹਾ ਉਹਨਾਂ ਦੇ ਅੰਦਰ ਪਵਿੱਤਰਤਾ ਦਾ ਗੁਣ ਹੁੰਦਾ ਹੈ ਕਿ ਮੈਲੇ ਨੂੰ ਵੀ ਸਾਧ ਸੰਗਤ ਜੀ ਪਵਿੱਤਰ ਕਰ ਦਿੰਦੇ ਐ। ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਅੰਦਰ ਮੇਰੇ ਵਾਹਿਗੁਰੂ ਦਾ ਪਿਆਰ ਹੈ ਮਨ ਵਿੱਚ, ਇਸ ਕਰਕੇ ਸਰੀਰ ਕਰਕੇ ਵੀ ਮਹਾਰਾਜ ਕਹਿੰਦੇ ਪਿਆਰ ਕਰਦੇ ਐ। ਉਹ ਇਸ ਕਰਕੇ ਪਵਿੱਤਰ ਹੁੰਦੇ ਆ, ਸੁੱਧ ਹੋ ਜਾਂਦੇ ਆ। ਹਰ ਸਾਰ ਵਸੈ ਹਉਮੈ ਮਾਰ, ਮਹਾਰਾਜ ਕਹਿੰਦੇ ਹਉਮੈ ਨੂੰ ਮਾਰ ਕਰਕੇ ਉਹ ਹਰੀ ਰੂਪੀ ਸਰਮਾਨ ਸਰੋਵਰ ਦੇ ਉੱਤੇ ਸਦਾ ਹੀ ਵਸਦੇ ਆ, ਸਦਾ ਹੀ ਰਹਿੰਦੇ ਆ। ਹੰਸਾ ਦਾ ਰਹਿਣਾ ਕਿੱਥੇ ਹੁੰਦਾ? ਮਾਨ ਸਰੋਵਰ ਤੇ। ਇਸ ਤਰ੍ਹਾਂ ਗੁਰੂ ਕੀ ਸਾਧ ਸੰਗਤ ਰੂਪੀ ਮਾਨ ਸਰੋਵਰ 'ਚ ਹੀ ਵਸਦੇ ਆ। ਮੱਛੀ ਕਿਵੇਂ ਪਾਣੀ 'ਚੋਂ ਬਾਹਰ ਨਹੀਂ ਨਾ ਆ ਸਕਦੀ, ਆਵੇ ਤਾਂ ਮ੍ਰਿਤਿਉ ਹੈ। ਇਵੇਂ ਸਾਧ ਸੰਗਤ ਜੀ ਗੁਰਸਿੱਖਾਂ ਦਾ ਪਿਆਰ ਹੈ, ਗੁਰੂ ਸਾਹਿਬ ਦੀ ਸੰਗਤ 'ਚ ਹੀ ਰਹਿੰਦੇ ਆ, ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਰਹਿੰਦੇ ਆ। ਸਤ ਸੰਗਤ ਰੂਪੀ ਮਾਨ ਸਰੋਵਰ 'ਚ ਹੀ ਰਾਤ ਦਿਨ ਰਹਿੰਦੇ, ਨਾਮ ਜਲ ਛਕਦੇ ਹਨ। ਅਹਨਿਸ ਪ੍ਰੇਤ ਸ਼ਬਦ ਸਾਚੈ, ਸੱਚੇ ਸ਼ਬਦ ਨਾਲ ਰਾਤ ਦਿਨ ਉਹਨਾਂ ਦੀ ਪ੍ਰੀਤ ਲੱਗੀ ਰਹਿੰਦੀ ਹੈ, ਕਦੇ ਵੀ ਟੁੱਟਦੀ ਨਹੀਂ। ਤੇਲ ਧਾਰਾ ਦੀ ਤਰ੍ਹਾਂ ਰਾਤ ਦਿਨ ਹੀ ਭਜਨ ਦੇ ਵਿੱਚ ਚਿੱਤ ਜੁੜਿਆ ਰਹਿੰਦਾ ਹੈ। ਇਹ ਹੈ ਸੰਗਤ ਦੇ ਕਰਨ ਦਾ ਵੱਡਾ ਲਾਭ।
ਉਹਨਾਂ ਨੂੰ ਕਦੇ ਪ੍ਰੇਮ ਦਾ ਸਾਧ ਸੰਗਤ ਜੀ ਭਾਵ ਨਹੀਂ ਵਿਸਰਦਾ, ਕਦੇ ਚਿੱਤ ਫਿੱਕੇ ਨਹੀਂ ਹੁੰਦੇ, ਸਦਾ ਹੀ ਰਸਦਾਇਕ ਮਨ ਰਹਿੰਦਾ, ਉਤਸ਼ਾਹਤ ਰਹਿੰਦਾ ਹੈ। ਪ੍ਰੀਤ ਦੀ ਇੱਕ ਲੜੀ ਮਨ ਦੇ ਅੰਦਰ ਇਹੋ ਜੀ ਪਰੋਈ ਜਾਂਦੀ ਹੈ, ਕਦੇ ਉਹ ਪ੍ਰੀਤ ਦਾ ਜਿਹੜਾ ਨਾ ਭਾਵ ਮਨ ਵਿੱਚੋਂ ਖਤਮ ਨਹੀਂ ਹੁੰਦਾ। ਰਾਤ ਦਿਨ ਹੀ ਪ੍ਰੇਮ ਇੱਕ ਰਸ ਲੱਗ ਜਾਂਦਾ ਏ। ਹਰ ਸਾਰ ਵਾਸਾ ਪਾਵਣਿਆ, ਉਹ ਹਰੀ ਰੂਪੀ ਮਾਨ ਸਰੋਵਰ ਦੇ ਅੰਦਰ ਫਿਰ ਸਦਾ ਲਈ ਵਾਸਾ ਪਾਵਣਿਆ ਪਾ ਲੈਂਦੇ ਐ, ਸਦਾ ਹੀ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਆ। ਮਨ ਮੁਖ ਸਦਾ ਬਗ ਮੈਲਾ, ਮਹਾਰਾਜ ਕਹਿੰਦੇ ਭਾਈ ਜਿਹੜੇ ਮਨਮੁਖ ਵਾ ਨਾ ਉਹ ਬਗਲਿਆਂ ਦੀ ਨਿਆਈ ਸਦਾ ਹੀ ਮੈਲੇ ਐ। ਕਿਉਂ? ਕਿਉਂਕਿ ਬਗਲੇ ਦੀ ਇੱਛਾ ਮੈਲੀ ਹੁੰਦੀ ਹੈ, ਬਾਹਰੋਂ ਤਾਂ ਚਿੱਟਾ ਹੀ ਹੈ, ਰੰਗ ਤੇ ਉਹਦਾ ਹੰਸਾਂ ਵਰਗਾ ਹੀ ਹੈ। ਇੱਕ ਉਹਦੇ ਵਿੱਚ ਕੀ ਹੈ ਕਿ ਪਖੰਡ ਵੈ। ਮਹਾਰਾਜ ਕਹਿੰਦੇ ਮਨਮੁਖ ਜਿਹੜੇ ਆ ਨਾ ਬਾਹਰੋਂ ਪਖੰਡੀ ਹੈ, ਬਾਹਰੋਂ ਲਿਬਾਸ ਪਾਇਆ ਹੈ ਸੰਤਾਂ ਵਾਲਾ, ਕਿ ਬਗਲੇ ਦਾ ਰੰਗ ਚਿੱਟਾ ਹੋ ਗਿਆ ਤੇ ਹੰਸ ਬਣ ਗਿਆ। ਜੇ ਕੋਈ ਮਨਮੁਖ ਸੰਤਾਂ ਵਾਲਾ ਬਾਣਾ ਪਾ ਲਵੇ, ਲਿਬਾਸ ਪਾ ਲਵੇ, ਤੇ ਕੀ ਉਹ ਸੰਤ ਥੋੜੋ ਬਣ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਗਲੇ ਦਾ ਉਹਨੂੰ ਦਰਜਾ ਦੇ ਕਰਕੇ ਕਹਿੰਦੇ ਹੈ ਕਿ ਭਾਈ ਮਨਮੁਖ ਜਿਹੜਾ ਉਹਦੇ ਅੰਦਰੋਂ ਮੈਲ ਨਹੀਂ ਜਾਂਦੀ ਹੈ, ਕਿਉਂਕਿ ਵਿਕਾਰਾਂ ਦੀ ਮੈਲ ਕਰਕੇ ਹੀ ਉਹਦੇ ਕਰਮ ਹਨ। ਜਿਹੜਾ ਕਰਮ ਕਰਦਾ ਹੈ ਉਹਦੇ ਪਿੱਛੇ ਵਿਕਾਰ ਦੀ ਇੱਛਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਅੰਦਰੋਂ ਮੈਲ ਉਹਦੇ ਖਤਮ ਨਹੀਂ ਹੁੰਦੀ ਆ। ਹਉਮੈ ਮਲ ਲਾਏ, ਤੇ ਹਉਮੈ ਦੀ ਮੈਲ ਉਹਨੇ ਅੰਦਰ ਲਾ ਛੱਡੀ ਹੈ, ਜਿਸ ਕਰਕੇ ਕਿ ਕੋਈ ਵੀ ਕਰਮ ਪਵਿੱਤਰ ਨਹੀਂ ਹੈ, ਕੋਈ ਵੀ ਕੰਮ ਉਹਦਾ ਚੰਗਾ ਨਹੀਂ ਹੈ। ਸੰਸਾਰ ਦੇ ਅੰਦਰ ਸਾਧ ਸੰਗਤ ਜੀ ਜੀਵ ਕਰਮ ਤਾਂ ਕਰਦੇ ਐ, ਇਸੇ ਕਰਕੇ ਕਰਮਾਂ ਦਾ ਫਲ ਨਹੀਂ ਮਿਲਦਾ, ਕਿਉਂਕਿ ਕਰਮ ਵਿੱਚ ਹਉਮੈ ਵੜੀ ਹੋਈ ਹੁੰਦੀ ਹੈ। ਇਸੇ ਕਰਕੇ ਫਲ ਨਹੀਂ ਪ੍ਰਾਪਤ ਹੁੰਦਾ। ਹਜੂਰ ਕਹਿੰਦੇ ਇੱਕ ਤਾਂ ਭਾਈ ਬਾਹਰੋਂ ਪਖੰਡ ਵੈ, ਦੂਜਾ ਅੰਦਰੋਂ ਹਉਮੈ ਕਰਦਾ, ਤੀਜਾ ਪਾਪ ਬੜੇ ਚਿੰਬੜੇ ਹੋਏ ਐ। ਦੱਸੋ ਉਹ ਕਿਵੇਂ ਹੰਸਾਂ ਦੀ ਬਰਾਬਰੀ ਕਰ ਸਕਦਾ ਹੈ? ਕੱਪੜੇ ਪਾਉਣ ਨਾਲ ਤਾਂ ਨਹੀਂ ਨਾ ਹੋ ਸਕਦੀ, ਬਾਹਰੋਂ ਲਿਬਾਸ ਪਾਉਣ ਨਾਲ ਤਾਂ ਨਹੀਂ ਨਾ ਹੋ ਸਕਦੀ। ਜਿਵੇਂ ਭਗਤ ਨਾਮਦੇਵ ਜੀ ਦਾ ਜ਼ਿਕਰ ਆਉਂਦਾ ਹੈ, ਕਹਿੰਦੇ ਭਗਤ ਨਾਮਦੇਵ ਜੀ ਨਾ ਨਦੀ ਤੇ ਬੈਠੇ ਹੋਏ ਜਿਹੜੇ ਸੀ ਨਾ ਕੱਪੜੇ ਧੋ ਰਹੇ ਸੀਗੇ, ਤੇ ਇੱਕ ਸ਼ਾਹੂਕਾਰ ਆਇਆ। ਉਥੇ ਉਹਦੇ ਕੋਲ ਨਾ ਮੋਹਰਾਂ ਦੀ ਇੱਕ ਗੁਥਲੀ ਸੀਗੀ, ਤੇ ਉਹਨੇ ਵੇਖਿਆ ਕਿ ਇੱਕ ਰਿਸ਼ੀ ਉੱਥੇ ਭਜਨ ਕਰ ਰਿਹਾ ਹੈ। ਬਹੁਤ ਉਹਨੇ ਸ਼ਿਲਾ ਵਿਛਾਈ ਹੋਈ ਤੇ ਨੇਤਰ ਬੰਦ ਜੁੜਿਆ ਹੋਇਆ ਹੈ। ਤੇ ਉਹ ਸ਼ਾਹੂਕਾਰ ਨੇ ਵੇਖਿਆ ਕਿ ਧੋਬੀ ਕੱਪੜੇ ਧੋਂਦਾ ਇੱਕ, ਤੇ ਇੱਕ ਇੱਥੇ ਹੈਗਾ ਰਿਸ਼ੀ ਮਹਾਂਪੁਰਖ ਸੰਤ ਵੈ, ਤੇ ਮੈਂ ਇਸ਼ਨਾਨ ਕਰ ਹੀ ਲਵਾਂ, ਕਿਹੜਾ ਮੇਰਾ ਕਿਸੇ ਗੁਥਲੀ ਚੱਕਣੀ ਹੈ ਮੋਹਰਾਂ ਵਾਲੀ। ਤੇ ਜਦੋਂ ਉਸ ਸ਼ਾਹੂਕਾਰ ਨੇ ਆਪਣੇ ਕੱਪੜੇ ਲਾਹ ਕੇ ਤੇ ਮਾਰੀ ਨਾ ਟੁਬਕੀ, ਉਹਦੇ ਟੁਬਕੀ ਮਾਰਦਿਆਂ ਹੀ ਉਹ ਜਿਹੜਾ ਸੰਤ ਸੀ ਉਹਨੇ ਚੱਕ ਲਈ ਉਹਦੀ ਗੁਥਲੀ ਮੋਹਰਾਂ ਵਾਲੀ। ਤੇ ਜਦੋਂ ਉਹ ਬਾਹਰ ਆਇਆ ਸ਼ਾਹੂਕਾਰ ਲੱਗਾ ਕੱਪੜੇ ਪਾਉਣ, ਉੱਥੇ ਹੈ ਹੀ ਨਹੀਂ। ਉਹ ਬੜਾ ਹੈਰਾਨ ਹੋਇਆ ਕਿ ਮੇਰੀ ਮੋਹਰਾਂ ਵਾਲੀ ਗੁਥਲੀ ਕਿੱਧਰ ਚਲੀ ਗਈ। ਫਿਰ ਸੋਚਦਾ ਹੈ ਕਿ ਸੰਤ ਤਾਂ ਮਹਾਂਪੁਰਸ਼ ਜੁੜੇ ਹੋਏ ਆ ਧਿਆਨ 'ਚ, ਆ ਜਿਹੜਾ ਕੱਪੜੇ ਧੋਣ ਵਾਲਾ ਹੈ ਨਾ ਇਹਨੇ ਹੀ ਚੱਕੀ ਹੋਣੀ। ਉਹਨੇ ਪਕੜ ਲਿਆ ਜਾ ਕੇ ਭਗਤ ਨਾਮਦੇਵ ਜੀ ਨੂੰ, ਕਹਿੰਦਾ ਦੱਸ ਤੂੰ ਮੇਰੀ ਗੁਥਲੀ ਚੱਕੀ ਆ, ਮੇਰੀਆਂ ਮੋਹਰਾਂ ਚੱਕੀਆਂ ਨੇ। ਤੇ ਬੜਾ ਤਾੜਨ ਲੱਗਾ। ਭਗਤ ਨਾਮਦੇਵ ਜੀ ਕਹਿੰਦੇ ਮੈਂ ਨਹੀਂ ਸ਼ਾਹੂਕਾਰ ਜੀ ਚੱਕੀਆਂ ਤੁਹਾਡੀਆਂ ਮੋਹਰਾਂ, ਮੈਂ ਨਹੀਂ ਲਈਆਂ। ਪਰ ਬਥੇਰਾ ਕਹਿਣ ਉਹਨੇ ਗਲ 'ਚ ਪਰਨਾ ਪਾਇਆ, ਉਹ ਤਾਂ ਨਰਾਦਰੀ ਕਰਨ ਲੱਗ ਗਿਆ। ਭਗਤ ਨਾਮਦੇਵ ਜੀ ਨੇ ਤਿਸ ਸਮੇਂ ਪਰਮੇਸ਼ਰ ਨੂੰ ਆਰਾਧਿਆ, ਮਹਾਰਾਜ ਮੈਂ ਨਹੀਂ ਇਹਦੀ ਗੁਥਲੀ ਚੱਕੀ ਮੋਹਰਾਂ ਵਾਲੀ। ਤੇ ਉਹ ਸੰਤ ਜਿਹੜਾ ਸੀ ਨਾ ਉੱਠ ਕੇ ਕਹ ਸ਼ਾਹੂਕਾਰ ਨੂੰ ਉਪਦੇਸ਼ ਦੇਣ ਲੱਗਾ। ਝਗੜਾ ਹੁੰਦਾ ਵੇਖ ਕੇ ਨਾ ਸੰਤ ਕਹਿੰਦਾ ਸ਼ਾਹੂਕਾਰਾ ਵੇਖ ਉਹ ਤੇਰੇ ਕਰਮਾਂ 'ਚ ਹੈ ਨਹੀਂ ਸੀ, ਤੂੰ ਕਾਹਨੂੰ ਇਸ ਗਰੀਬ ਨੂੰ ਕਾਹਨੂੰ ਮਾਰਦਾ। ਤੇ ਉਹ ਜਦੋਂ ਸੰਤ ਆਪਣੇ ਆਸਣ ਤੋਂ ਉੱਠਿਆ ਨਾ, ਮਹਾਰਾਜ ਨੇ ਹਵਾ ਦਾ ਬੁੱਲਾ ਮਾਰਿਆ, ਉਹਦਾ ਆਸਣ ਉੱਡ ਕੇ ਆਉ ਗਿਆ ਤੇ ਥੱਲੇ ਗੁਥਲੀ ਪਈ ਹੋਈ ਸ਼ਾਹੂਕਾਰ ਨੇ ਵੇਖ ਲਈ। ਸ਼ਾਹੂਕਾਰ ਕਹਿੰਦਾ ਉਹ ਪਖੰਡੀਆ, ਤੂੰ ਚੱਕੀ ਸੀ, ਮੈਂ ਤਾਂ ਗਰੀਬ ਨੂੰ ਐਵੇਂ ਤੰਗ ਕਰਦਾ ਸਾਂ, ਤੇ ਤੂੰ ਵੇਖ ਬਾਹਰੋਂ ਲਿਬਾਸ ਸੰਤਾਂ ਵਾਲਾ ਪਾਇਆ ਹੋਇਆ ਤੇ ਧਿਆਨ ਤੇਰਾ ਕਿਵੇਂ ਜਿਹੜਾ ਹੈ ਉਹ ਬਗਲੇ ਵਰਗਾ ਮੇਰੀ ਗੁਥਲੀ ਦੇ ਵਿੱਚ ਹੀ ਲੱਗਾ ਹੋਇਆ ਸੀ, ਤੂੰ ਸਮਾਧੀ ਥੋੜੋ ਲਾਈ ਹੋਈ ਸੀ। ਤੇ ਫਿਰ ਭਗਤ ਨਾਮਦੇਵ ਜੀ ਨੂੰ ਉਸਨੇ ਕਿਹਾ ਮਹਾਰਾਜ ਮੈਨੂੰ ਛਡਾਓ। ਨਾਮਦੇਵ ਜੀ ਨੇ ਫਿਰ ਕਹਿ ਕੇ ਛਡਾਇਆ, ਸ਼ਾਹੂਕਾਰਾ ਤੇਰੀ ਗੁਥਲੀ ਮਿਲ ਗਈ ਹੈ ਮੋਹਰਾਂ ਦੀ, ਤੂੰ ਕਾਹਨੂੰ ਇਹਨੂੰ ਮਾਰਦਾ, ਹੁਣ ਰਹਿਣ ਦੇ।
ਤੇ ਇਸ ਤਰ੍ਹਾਂ ਸਾਧ ਸੰਗਤ ਜੀ ਉੱਥੇ ਭਗਤ ਨਾਮਦੇਵ ਜੀ ਨੇ ਕਿਹਾ ਸੀ, ਕਾਹੇ ਕੋ ਕੀਜੈ ਧਿਆਨ ਜਪੰਨਾ ਜਾ ਤੇ ਸੁਧ ਨਾਹੀ ਮਨ ਆਪਣਾ। ਕਹਿੰਦੇ ਤੂੰ ਕੀ ਧਿਆਨ ਲਾ ਕੇ ਕੀ ਜਾਪ ਕਰ ਰਿਹਾ, ਤੇਰੇ ਮਨ ਦੀ ਮੈਲੀ ਇੱਛਾ ਜਦੋਂ ਸੁੱਧ ਹੀ ਨਹੀਂ ਤੇਰਾ ਮਨ ਅੰਦਰੋਂ, ਤੇ ਤੂੰ ਧਿਆਨ ਲਾ ਕੇ ਕੀ ਜਪ ਰਿਹਾ। ਜਿਹੜਾ ਸਾਧ ਸੰਗਤ ਜੀ ਬਗਲਾ ਹੈ, ਦੋਵੇਂ ਅੱਖਾਂ ਉਹਦੀਆਂ ਬੰਦ ਹੁੰਦੀਆਂ ਤੇ ਕੀ ਉਹ ਭਗਤੀ ਥੋੜੋ ਕਰ ਰਿਹਾ ਹੁੰਦਾ। ਜਦੋਂ ਉਹਦੇ ਲਾਗੇ ਡੱਡੀ ਮੱਛੀ ਕੋਈ ਆਵੇ ਉਸੇ ਵੇਲੇ ਚੁੰਝ ਮਾਰਦਾ ਹੈ। ਉਹ ਸੰਤ ਜਿਹੜਾ ਸੀ ਧਿਆਨ ਥੋੜਾ ਲਾ ਰਿਹਾ ਸੀ ਪਰਮੇਸ਼ਰ ਦਾ, ਉਹ ਤਾਂ ਸ਼ਾਹੂਕਾਰ ਦੇ ਕੋਲ ਵੇਖ ਹੀ ਰਿਹਾ ਸੀ। ਕਈ ਤੀਰਥਾਂ ਤੇ ਨਹਾਉਣ ਵੀ ਜਾਓ ਨਾ, ਤੇ ਸਾਧ ਸੰਗਤ ਜੀ ਉੱਥੇ ਕੀ ਹੈ ਵੀ ਕਈਆਂ ਨੂੰ ਸਰੋਵਰ ਵਿੱਚ ਵੜ ਕਰਕੇ ਬਾਣੀ ਵਿੱਚ ਧਿਆਨ ਘੱਟ ਹੁੰਦਾ, ਆਪਣੇ ਕੱਪੜਿਆਂ 'ਚ ਧਿਆਨ ਜ਼ਿਆਦਾ ਹੁੰਦਾ, ਕਿਉਂਕਿ ਉਹਨੂੰ ਪਤਾ ਕਰੋ ਬਾਹਰੋਂ ਕੋਈ ਕੱਪੜੇ ਹੀ ਨਾ ਚੁੱਕ ਕੇ ਲੈ ਜਾਵੇ, ਕੋਈ ਮੇਰਾ ਸਮਾਨ ਹੀ ਨਾ ਚੁੱਕ ਕੇ ਲੈ ਜਾਵੇ। ਇਸ ਤਰ੍ਹਾਂ ਦਾ ਸਾਧ ਸੰਗਤ ਜੀ ਜਿਹੜਾ ਤੀਰਥਾਂ ਤੇ ਵੀ ਲੋਕ ਜਿਹੜੇ ਆ ਉਹ ਆ ਕਰਕੇ ਦੱਸੋ ਉਹਨਾਂ ਨੂੰ, ਉਹ ਪਰਮੇਸ਼ਰ ਨੂੰ ਮਿਲਣ ਆਏ ਆ ਤੀਰਥ ਤੇ। ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਹੁਤੀ ਭੀੜ ਹੋਣ ਕਰਕੇ ਨਾ, ਤਾਂ ਸਰੋਵਰ ਤੇ ਇਸ਼ਨਾਨ ਕਰਨ ਲੱਗਿਆਂ ਸਾਧ ਸੰਗਤ ਜੀ ਕਈ ਕੱਪੜੇ ਚੱਕ ਕੇ ਲੈ ਜਾਂਦੇ। ਹੁਣ ਜਿਵੇਂ ਜਿਵੇਂ ਪ੍ਰਬੰਧ ਨੇ ਸਖਤਾਈ ਕੀਤੀ ਹੈ ਚੀਜ਼ਾਂ ਘਟੀਆਂ, ਨਹੀਂ ਤਾਂ ਜਿਹੜਾ ਕੋਈ ਅੰਦਰ ਸਰੋਵਰ 'ਚ ਵੜੇ ਉਹਦਾ ਬਾਹਰੋਂ ਸਮਾਨ ਹੀ ਚੱਕ ਲਿਆ ਜਾਂਦਾ ਸੀਗਾ। ਤੇ ਹੁਣ ਜਿਵੇਂ ਆ ਵਾਇਰਸ ਕਰਕੇ ਥੋੜਾ ਜਿਹੜਾ ਸੰਗਤ ਘਟੀ ਹੈ, ਕਿ ਸਿੰਘ ਕਹਿੰਦੇ ਗਿਆਨੀ ਜੀ ਕਹਿੰਦੇ ਹੁਣ ਤਾਂ ਚਿੰਤਾ ਨਹੀਂ, ਕੱਪੜੇ ਬਾਹਰ ਲਾ ਕੇ ਇਸ਼ਨਾਨ ਕਰੀਦਾ ਕਿ ਇੱਥੇ ਹੈ ਹੀ ਕੋਈ ਹੋਰ ਨਹੀਂ ਤੇ ਕਿਹਨੇ ਚੱਕਣੇ ਆ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਤੀਰਥਾਂ ਤੇ ਵੀ ਇੱਛਾ ਲੈ ਕੇ ਇਹ ਜਾਂਦਾ, ਦੱਸੋ ਉਹ ਰੱਬ ਨੂੰ ਥੋੜੋ ਮਿਲਣ ਜਾਂਦਾ, ਪਰਮੇਸ਼ਰ ਨੂੰ ਥੋੜੋ ਮਿਲਣ ਜਾਂਦਾ। ਉਹਨੂੰ ਕਿਵੇਂ ਮਹਾਰਾਜ ਮਿਲ ਜਾਣਗੇ। ਸਤਿਗੁਰੂ ਜੀ ਉਹਨਾਂ ਦਾ ਜਿਹੜਾ ਨਾ ਜ਼ਿਕਰ ਕਰਦੇ, ਪੰਡਤਾਂ ਨੂੰ ਦੱਸ ਰਹੇ, ਪੰਡਤ ਜੀ ਇਹੋ ਜਿਹੇ ਵੀ ਤੀਰਥਾਂ ਤੇ ਆਉਂਦੇ ਆ, ਦੱਸੋ ਉਹਨਾਂ ਨੂੰ ਸੰਤ ਕਹਿ ਦਿਓਗੇ। ਉਹਨਾਂ ਦੇ ਅੰਦਰ ਚਿੱਤ ਦੀ ਇੱਛਾ ਬੜੀ ਮੈਲੀ ਹੈ, ਹਉਮੈ ਵਾਲੀ ਹੈ। ਮਹਾਰਾਜ ਕਹਿੰਦੇ ਕਰਮ ਵਿੱਚ ਹਉਮੈ ਬੜੀ ਹੋਈ ਹੈ, ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਚਿੱਤ ਨਿਰਮਲ ਨਹੀਂ ਹੁੰਦਾ। ਫਿਰ ਪੜ੍ਹ ਦਿਓ ਪੰਕਤੀ, ਮਨਮੁਖ ਸਦਾ ਬਗ ਮੈਲਾ। ਮਹਾਰਾਜ ਕਹਿੰਦੇ ਮਨਮੁਖ ਭਾਈ ਸਦਾ ਬਗਲੇ ਦੀ ਤੇ ਅਨਿਆਈ, ਉਹਦਾ ਚਿੱਤ ਮੈਲਾ ਹੈ, ਇੱਛਾ ਉਹਦੀ ਮੈਲੀ ਹੈ। ਹਉਮੈ ਮਲ ਲਾਏ, ਅੰਦਰ ਉਹਨੇ ਹਉਮੈ ਦੀ ਮੈਲ ਲਾ ਛੱਡੀ ਹੈ। ਕਰਮ ਜਿਹੜੇ ਵੀ ਕਰਦਾ ਹਉਮੈ ਦੇ ਸਹਿਤ ਭਾਈ ਮਨਮੁਖ ਕਰਦਾ ਏ। ਇਸ਼ਨਾਨ ਕਰੈ ਪਰ ਮੈਲ ਨਾ ਜਾਏ। ਮਹਾਰਾਜ ਕਹਿੰਦੇ ਇਸ਼ਨਾਨ ਤਾਂ ਕਰਦਾ ਹੈ ਪਰ ਮੈਲ ਨਹੀਂ ਜਾਂਦੀ। ਭਾਵ ਗੁਰੂ ਜੀ ਦੀ ਸਾਧ ਸੰਗਤ ਵਿੱਚ ਰਹਿੰਦਾ ਹੈ, ਸੁਣਦਾ ਵੀ ਹੈ, ਗਿਆਨ ਵਾਲੀਆਂ ਗੱਲਾਂ ਵੀ ਕਰਦਾ ਹੈ, ਪਰ ਅੰਦਰੋਂ ਹਉਮੈ ਦੀ ਮੈਲ ਜਾਂਦੀ ਨਹੀਂ। ਕਿਉਂਕਿ ਇੱਕੋ ਹੀ ਪ੍ਰਯੋਜਨ ਹੁੰਦਾ ਹੈ, ਮਾਇਆ ਕਿੱਧਰੋਂ ਆਊਗੀ, ਕਿਵੇਂ ਠੱਗੀ ਮਾਰਾਂਗੇ। ਹਰ ਵੇਲੇ ਧਿਆਨ ਤਾਂ ਇਹੀ ਹੈ ਕਿ ਲਾਹਾ ਕਿਵੇਂ ਮਿਲੂਗਾ ਮਾਇਆ ਦਾ। ਤੇ ਸਤਿਗੁਰੂ ਜੀ ਕਹਿੰਦੇ ਭਾਈ ਫਿਰ ਦੱਸੋ, ਨਹਾਤਾ ਤਾਂ ਹੈ ਬਗਲਾ, ਪਰ ਚਿੱਟਾ ਸਾਧ ਸੰਗਤ ਜੀ ਕੀ ਰੰਗ ਤਾਂ ਉਹਦਾ ਚਿੱਟਾ, ਅੰਦਰੋਂ ਮੈਲ ਵਾਲੀ ਇੱਛਾ ਨਹੀਂ ਨਾ ਗਈ। ਸਤਿਗੁਰੂ ਜੀ ਕਹਿੰਦੇ ਭਾਈ ਰਹਿੰਦੇ ਉਹ ਸੰਗਤ ਵਿੱਚ ਹੀ ਹੈ, ਪਰ ਅੰਦਰੋਂ ਉਹਨਾਂ ਦੇ ਮਹਾਰਾਜ ਕਹਿੰਦੇ ਭਾਈ ਮੈਲ ਨਹੀਂ ਜਾਂਦੀ। ਨਹਾਉਂਦੇ ਤਾਂ ਹਨ, ਗੁਰੂ ਕੀ ਸਾਧ ਸੰਗਤ ਵਿੱਚ ਰਹਿੰਦੇ ਤਾਂ ਹਨ, ਪਰ ਅੰਦਰੋਂ ਸਤਿਗੁਰੂ ਜੀ ਕਹਿੰਦੇ ਭਾਈ ਵਿਕਾਰਾਂ ਵਾਲੀ ਹਉਮੈ ਵਾਲੀ ਮੈਲ ਨਹੀਂ ਗਵਾ ਪਾਉਂਦੇ। ਜੀਵਤ ਮਰੈ ਗੁਰ ਸ਼ਬਦ ਵਿਚਾਰੈ। ਪੰਡਤ ਜੀ ਕਹਿੰਦੇ ਆ ਮਹਾਰਾਜ ਫਿਰ ਕੀ ਕਰਨਾ ਚਾਹੀਦਾ ਹੈ। ਹਜੂਰ ਕਹਿੰਦੇ ਜੀਵਤ ਭਾਵ ਤੋਂ ਮਰੇ, ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰੇ। ਇੱਕ ਦਿਨ ਮਰਨਾ ਹੀ ਹੈ ਨਾ, ਤੇ ਜੇ ਜਿਉਂਦਿਆਂ ਹੀ ਸੋਚ ਲੈ ਕਿ ਅੱਛਾ ਅੱਜ ਤੋਂ ਮੈਂ ਆਪਣੇ ਆਪ ਨੂੰ ਮਰਿਆ ਸਮਝ ਲਾਂ, ਭਲਾ ਫੀਲਿੰਗ ਕਰੀਏ ਇਹੋ ਜੀ ਮਰਨ ਤੋਂ ਬਾਅਦ। ਤੋ ਸਾਧ ਸੰਗਤ ਜੀ ਕੌਣ ਕੋਈ ਸਾਥੀ ਹੁੰਦਾ। ਮਹਾਰਾਜ ਕਹਿੰਦੇ ਭਾਈ ਕੋਈ ਮਰੈ ਨਾ ਮੋਇਆ ਨਾਲੇ, ਮਰਨ ਵਾਲਿਆਂ ਦੇ ਨਾਲ ਕੋਈ ਮਰਦੋ ਥੋੜੋ ਹੈ। ਤੇ ਇੱਕ ਵਾਰੀ ਤੂੰ ਆਪਣੇ ਅੰਦਰ ਇਹ ਵਿਚਾਰ ਕੇ ਵੇਖ, ਗੁਰੂ ਜੀ ਦੇ ਸ਼ਬਦ ਦੀ ਵਿਚਾਰ ਨੂੰ ਉਪਦੇਸ਼ ਨੂੰ ਸਮਝ ਕਰਕੇ, ਕਿ ਭਲਾ ਅੱਜ ਤੋਂ ਮੈਂ ਜੇ ਮਰ ਹੀ ਗਿਆ ਵਾਂ ਤੇ ਮੇਰਾ ਕੀ ਨਾਤਾ ਹੈ। ਮਰਨ ਤੋਂ ਬਾਅਦ ਵੀ ਤਾਂ ਸਭ ਛੁੱਟਣਾ ਹੀ ਹੈ ਨਾ। ਜੀਵਤ ਭਾਵ ਤੋਂ ਮਹਾਰਾਜ ਕਹਿੰਦੇ ਭਾਈ ਮਰਨਾ ਚਾਹੀਦਾ। ਜਿਹੜਾ ਜੀਵਤ ਭਾਵ ਤੋਂ ਮਰਦਾ ਨਾ, ਸ਼ਬਦ ਦੀ ਕਮਾਈ ਕਰਦਾ ਹੋਇਆ, ਉਹਦੀ ਮੈਲ ਸ਼ਬਦ ਨਾਲ ਫਿਰ ਲੈਂਦੀ ਆ। ਹਉਮੈ ਮੈਲ ਚੁਕਾਵਣਿਆ, ਉਹ ਆਪਣੇ ਅੰਦਰੋਂ ਮਹਾਰਾਜ ਕਹਿੰਦੇ ਹਉਮੈ ਦੀ ਮੈਲ ਨੂੰ ਚੁਕਾ ਲੈਂਦਾ। ਗੁਰੂ ਸਾਹਿਬ ਜੀ ਚੁਕਾ ਦਿੰਦੇ, ਉਹਦੇ ਅੰਦਰੋਂ ਹੰਕਾਰ ਦੀ ਮੈਲ ਨਾਸ਼ ਕਰ ਦਿੰਦੇ ਆ। ਹੁਣ ਮੁਰਦੇ ਨੂੰ ਪੁੱਛੋ ਤੂੰ ਹੰਕਾਰ ਕਰਨਾ, ਮੁਰਦੇ ਨੇ ਕੀ ਹੰਕਾਰ ਕਰਨਾ। ਜਿਹੜਾ ਮਰਿਆ ਹੀ ਪਿਆ ਹੈ, ਲੋਥ ਹੀ ਹੈ,
ਉਹਦੀ ਕੀ ਉਹਦੀ ਸਾਧ ਸੰਗਤ ਜੀ ਕੋਈ ਇੱਛਾ ਹੈ ਕੀ ਉਹਨੇ ਹੰਕਾਰ ਕਰਨਾ, ਚਾਹੇ ਰੇਸ਼ਮੀ ਵਸਤਰ ਪਨਾ ਦਿਓ ਚਾਹੇ ਖੱਦਰ ਦੇ ਪਨਾ ਦਿਓ। ਮਹਾਰਾਜ ਕਹਿੰਦੇ ਇੱਕ ਵਾਰੀ ਇਸ ਤਰ੍ਹਾਂ ਦਾ ਮਹਿਸੂਸ ਤਾਂ ਕਰਕੇ ਵੇਖ। ਤੇ ਜੇ ਸੰਸਾਰ ਦੇ ਅੰਦਰ ਔਧ ਪੁੱਗੀ ਨਾਲ ਮਰਨਾ ਉਹ ਤਾਂ ਫਿਰ ਸਭ ਮਰਦੇ ਹੀ ਹੈ, ਮਰ ਕੇ ਚਲੇ ਹੀ ਜਾਣਾ ਹੈ। ਜਿਉਂਦਿਆਂ ਜੀ ਮਰ ਕੇ ਵੇਖ ਭਲਾ ਮਰਿਆ ਜਾਂਦਾ ਹੈ ਨਾ। ਜੇ ਤੂੰ ਸ਼ਬਦ ਦੀ ਕਮਾਈ ਕਰਦਾ ਹੋਇਆ ਜੀਵਤ ਭਾਵ ਤੋਂ ਮਰ ਗਿਆ, ਹਉਮੈ ਦੀ ਮੈਲ ਉਦੋਂ ਹੀ ਗੁਰੂ ਸਾਹਿਬ ਜੀ ਅੰਦਰੋਂ ਕੱਢ ਦੇਣਗੇ। ਰਤਨ ਪਦਾਰਥ ਘਰ ਤੇ ਪਾਇਆ। ਮਹਾਰਾਜ ਕਹਿੰਦੇ ਭਾਈ ਫਿਰ ਘਰੋਂ ਹੀ ਅੰਦਰੋਂ ਹੀ ਹਿਰਦੇ ਰੂਪੀ ਘਰ ਦੇ ਵਿੱਚੋਂ ਜਿਹੜਾ ਨਾਮ ਪਦਾਰਥ ਵੈ ਨਾ, ਰਤਨ ਅਮੋਲਕ, ਜਿਵੇਂ ਜਿਹਨੂੰ ਪਾ ਕਰਕੇ ਹੋਰ ਕੋਈ ਰਤ ਨਾ ਪ੍ਰੀਤੀ ਨਾ ਰਹਿ ਜਾਵੇ, ਐਸਾ ਨਾਮ ਰਤਨ ਅਨਿਰਮੋਲਕ ਜਿਹੜਾ ਹੈ ਨਾ ਪੁੰਨ ਪਦਾਰਥ ਪਾਇਆ, ਉਹ ਫਿਰ ਤੈਨੂੰ ਅੰਦਰੋਂ ਹੀ ਪ੍ਰਾਪਤ ਹੋ ਜਾਵੇਗਾ ਨਾਮ ਦਾ ਪਦਾਰਥ। ਪੂਰਾ ਸਤਿਗੁਰ ਸ਼ਬਦ ਸੁਣਾਇਆ। ਪੂਰੇ ਸਤਿਗੁਰੂ ਜੀ ਨੇ ਜਦੋਂ ਆਪਣਾ ਸ਼ਬਦ ਉਪਦੇਸ਼ ਸੁਣਾਇਆ ਉਦੋਂ ਫਿਰ ਇਹ ਸੋਝੀ ਹੋਈ, ਨਾਮ ਦਾ ਪਦਾਰਥ ਰਤਨ ਵਰਗਾ ਅਮੋਲਕ ਅੰਦਰੋਂ ਲੱਭ ਗਿਆ। ਗੁਰ ਪ੍ਰਸਾਦੇ ਮਿਟਿਆ ਅੰਧਿਆਰਾ। ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਸਾਹਿਬ ਦੀ ਕਿਰਪਾ ਨਾਲ ਕੀ ਹੋਇਆ, ਫਿਰ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਗਿਆ। ਜਿਹੜਾ ਸਾਧ ਸੰਗਤ ਜੀ ਹਨੇਰਾ ਹੁੰਦਾ ਹੈ ਨਾ ਪ੍ਰਤੱਖ, ਉਹਦੇ ਵਿੱਚ ਆਪਣੀ ਦੇਹ ਦਾ ਚੇਤਾ ਰਹਿੰਦਾ ਹੈ। ਭਾਵੇਂ ਕਿੰਨਾ ਹਨੇਰਾ ਹੋਵੇ ਆਪਣੀ ਦੇਹ ਤਾਂ ਮਹਿਸੂਸ ਹੁੰਦੀ ਹੈ ਨਾ, ਪਰ ਇਹ ਅਗਿਆਨਤਾ ਦਾ ਹਨੇਰਾ ਇਹੋ ਜਿਹਾ ਜਿਹਦੇ ਵਿੱਚ ਸਾਧ ਸੰਗਤ ਜੀ ਸਭ ਕੁਝ ਹੀ ਭੁੱਲ ਜਾਂਦਾ ਜੀਵ ਨੂੰ, ਕੁਝ ਵੀ ਚੇਤਾ ਨਹੀਂ ਹੁੰਦਾ ਆਪਣੇ ਸਰੂਪ ਦਾ। ਮਹਾਰਾਜ ਕਹਿੰਦੇ ਉਹ ਭਾਈ ਫਿਰ ਬਿਨਸ ਜਾਂਦਾ ਹੈ, ਗੁਰੂ ਸਾਹਿਬ ਕਿਰਪਾ ਕਰਦੇ ਆ। ਘਟ ਚਾਨਣ ਆਪ ਪਛਾਨਣਿਆ। ਆਪਣੇ ਘਟ ਅੰਦਰ ਜਿਹੜਾ ਉਹ ਚਾਨਣ ਪ੍ਰਕਾਸ਼ ਹੈ ਨਾ ਬ੍ਰਹਮ, ਉਹਨੂੰ ਪਹਿਚਾਨਣਿਆ ਫਿਰ ਪਹਿਚਾਨ ਲੈਂਦਾ ਹੈ ਗੁਰਮੁਖ। ਉਸ ਸਰੂਪ ਨੂੰ ਸਾਧ ਸੰਗਤ ਜੀ ਉਹ ਜਾਣ ਲੈਂਦਾ ਹੈ, ਅੰਦਰ ਪ੍ਰਕਾਸ਼ ਹੋ ਜਾਂਦਾ ਏ। ਆਪ ਉਪਾਏ ਤੈ ਆਪੇ ਵੇਖੈ। हे ਮੇਰੇ ਵਾਹਿਗੁਰੂ, ਇਹ ਜੀਵ ਤੈਂ ਆਪ ਹੀ ਉਪਾਏ ਪੈਦਾ ਕੀਤੇ ਐ ਤੇ ਆਪ ਹੀ ਉਹਨਾਂ ਦੇ ਚੰਗੇ ਮੰਦੇ ਕੀਤੇ ਕਰਮਾਂ ਨੂੰ ਵੇਖ ਰਿਹਾ ਹੈ। ਸਤਿਗੁਰ ਸੇਵਾ ਸੋ ਜਨ ਲਿਖੈ। ਇਸ ਸੰਸਾਰ ਵਿੱਚ ਲੇਖੇ ਵਿੱਚ ਕੌਣ ਪੈਂਦੇ ਐ? ਜਿਹੜੇ ਪੂਰੇ ਸਤਿਗੁਰੂ ਜੀ ਦੀ ਸੇਵਾ ਕਰਦੇ ਐ, ਉਹਨਾਂ ਦੇ ਕੀਤੇ ਹੋਏ ਕਰਮ ਭਾਈ ਲੇਖੇ ਵਿੱਚ ਪੈ ਜਾਂਦੇ ਆ। ਨਾਨਕ ਨਾਮ ਵਸੈ ਘਟ ਅੰਤਰ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਨਾਮ ਜਿਹੜਾ ਨਾ ਘਟ ਹਿਰਦੇ ਦੇ ਅੰਦਰ ਫਿਰ ਵਸ ਜਾਂਦਾ ਪੂਰੇ ਗੁਰੂ ਜੀ ਦੀ ਕਿਰਪਾ ਨਾਲ। ਗੁਰ ਕਿਰਪਾ ਤੇ ਪਾਵਣਿਆ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਮਹਾਰਾਜ ਕਹਿੰਦੇ ਭਾਈ ਜਿਸ ਕਿਸੇ ਨੇ ਪਾਵਣਿਆ ਪਾਉਣਾ ਕੀਤਾ ਨਾ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਪਾਵਣਿਆ ਪਾਇਆ ਹੈ ਤੇ ਹਿਰਦੇ ਦੇ ਅੰਦਰ ਵਸ ਜਾਂਦਾ। ਫਿਰ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਐ, ਨਾਮ ਦੇ ਪਦਾਰਥ ਨੂੰ ਪਾ ਕਰਕੇ ਉਹ ਨਿਹਾਲ ਹੋ ਜਾਂਦੇ ਐ। ਇਹ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀਆਂ ਅਸ਼ਟਪਦੀਆਂ ਚੱਲ ਰਹੀਆਂ। ਇੱਕ ਅਸ਼ਟਪਦੀ ਹੋਰ ਹੈ ਸ਼ਬਦ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ, ਫਿਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਇੱਕ ਅਸ਼ਟਪਦੀ ਆਵੇਗੀ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਅੱਗੇ ਸ਼ਬਦ ਜਿਹੜੇ ਹਨ ਉਹ ਇਸ ਚਾਲ ਵਿੱਚ ਆਰੰਭ ਹੋਣਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਹਜੂਰ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਆਪ ਉਪਾਏ ਤੈ ਆਪੇ ਵੇਖੈ। ਸਤਿਗੁਰ ਸੇਵਾ ਸੋ ਜਨ ਲਿਖੈ। ਨਾਨਕ ਨਾਮ ਵਸੈ ਘਟ ਅੰਤਰ। ਗੁਰ ਕਿਰਪਾ ਤੇ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਆਬੇ ਨਾਸ